ਇੱਕ ਓੰਕਾਰ ਸਤ ਗੁਰ ਪ੍ਰਸਾਦ। ਰਾਗ ਗੌੜੀ ਥਿੱਤੀ ਕਬੀਰ ਜੀ ਕੀ। ਤਾਂ ਥੋੜੇ ਜਿਹੇ ਵਿਚਾਰ ਮੈਂ ਥਿੱਤੀ ਬਾਰੇ ਰੱਖ ਦਿਆਂ। ਸੰਸਕ੍ਰਿਤ ਵਿੱਚ ਤਿਥੀ ਔਰ ਪੰਜਾਬੀ ਵਿੱਚ ਇਹਦਾ ਉਚਾਰਨ ਹੈਗਾ ਥਿਤ। ਇਹ ਪ੍ਰਚਲਿਤ ਹੈ। ਪੁਰਾਤਨ ਕਾਲ ਵਿੱਚ 12 ਮਾਹੇ ਸਤਵਾਰੇ ਆਦਿਕ ਲਿਖੇ ਔਰ ਪੜ੍ਹੇ ਜਾਂਦੇ ਸਨ। ਉਸੇ ਤਰ੍ਹਾਂ ਥਿੱਤੀ ਵੀ ਕਾਵ ਰਚਨਾ ਦਾ ਇੱਕ ਅੰਗ ਸੀ। ਭਾਰਤ ਵਿੱਚ ਸੂਰਜ ਅਤੇ ਚੰਦ ਦੀ ਚਾਲ ਦੇ ਨਾਲ ਮਹੀਨੇ ਚੱਲਦੇ ਨੇ। ਜਦੋਂ ਸੂਰਜ ਨਵੀਂ ਰਾਸ ਵਿੱਚ ਅੱਪੜਦਾ ਹੈ, ਨਵਾਂ ਮਹੀਨਾ ਚੜ੍ਹ ਜਾਂਦਾ ਹੈ, ਜਿਸ ਨੂੰ ਸੰਗਰਾਂਦ ਆਖਦੇ ਨੇ। ਸੂਰਜ ਇੱਕ ਸਾਲ ਵਿੱਚ 12 ਰਾਸਾਂ ਵਿੱਚੋਂ ਲੰਘਦਾ ਹੈ ਤੇ 12 ਮਹੀਨੇ ਗਿਣੇ ਜਾਂਦੇ ਹਨ। ਇਸੇ ਤਰ੍ਹਾਂ ਤਿੱਥਾਂ ਔਰ ਪ੍ਰਵਿਸ਼ਟੇ ਚੰਦਰਮਾ ਦੇ ਉਤਰਾ ਚੜ੍ਹਾਅ ਅਨੁਸਾਰ ਗਿਣੇ ਜਾਂਦੇ ਨੇ। ਇਹਨਾਂ ਦੀ ਗਿਣਤੀ 15 ਹੈ। ਚੰਦਰਮਾ ਦੇ ਦੋ ਪੱਖ ਨੇ, ਇੱਕ ਹਨੇਰਾ ਪੱਖ ਔਰ ਇੱਕ ਚਾਨਣਾ ਪੱਖ। ਜਿਸ ਰਾਤ ਨੂੰ ਪੂਰਨ ਤੌਰ ਤੇ ਹਨੇਰਾ ਹੁੰਦਾ ਹੈ, ਚੰਦਰਮਾ ਬਿਲਕੁਲ ਨਹੀਂ ਦਿਸਦਾ, ਉਹਨੂੰ ਮੱਸਿਆ ਕਹਿੰਦੇ ਨੇ। ਔਰ ਇਸ ਤੇ ਮਗਰੋਂ ਚਾਨਣਾ ਪੱਖ ਆਰੰਭ ਹੋ ਜਾਂਦਾ ਤੇ ਚੰਦਰਮਾ ਹਰ ਰੋਜ਼ ਵੱਧਦਾ ਹੈ। ਜਦੋਂ ਪੂਰਾ ਰੂਪ ਧਾਰ ਲੈਂਦਾ ਹੈ, ਯਾਨੀ ਪੂਰਾ ਚੰਦਰਮਾ ਦਿਸਦਾ ਹੈ, ਉਹਨੂੰ ਕਿਹਾ ਜਾਂਦਾ ਹੈ ਪੂਰਨਮਾਸ਼ੀ। ਮੱਸਿਆ ਮਗਰੋਂ ਆਉਣ ਵਾਲੇ ਦਿਨ ਥਿੱਤਾਂ ਦੇ ਹਿਸਾਬ ਦੇ ਨਾਲ ਗਿਣੇ ਜਾਂਦੇ ਨੇ, ਜਿਵੇਂ ਏਕਮ, ਦੂਜ, ਤੀਜ ਆਦਿਕ। ਸੋ ਏਕਮ ਤੋਂ ਲੈ ਕੇ ਮੱਸਿਆ ਤੱਕ ਥਿੱਤਾਂ ਨੇ। ਤੇ ਬਹੁਤ ਸਾਰੇ ਹਿੰਦੂ ਵੀਰ ਜਿਹੜੇ ਨੇ ਉਹ ਇਹਨਾਂ ਦੇ ਵਿੱਚ ਵਿਸ਼ਵਾਸ ਰੱਖਦੇ ਨੇ। ਬਹੁਤ ਸਾਰੇ ਲੋਕ ਇਕਾਦਸ਼ੀ ਤੇ ਹੋਰ ਕਈ ਸਾਰੇ ਵਰਤ ਰੱਖਦੇ ਨੇ। ਔਰ ਕਈ ਸਾਰੇ ਲੋਕ ਨੇ ਜੋ ਇਹਨਾਂ ਦੇ ਸ਼ੁਭ ਔਰ ਅਸ਼ੁਭ ਦੇ ਵਿੱਚ ਵਿਚਾਰ ਰੱਖਦੇ ਨੇ ਕਿ ਇਹ ਥਿੱਤ ਸ਼ੁਭ ਹੈ, ਇਹ ਅਸ਼ੁਭ ਹੈ, ਇਹ ਵਾਰ ਸ਼ੁਭ ਹੈ, ਇਹ ਵਾਰ ਅਸ਼ੁਭ ਹੈ। ਐਸੇ ਵਿਚਾਰ ਦੁਨੀਆ ਦੇ ਅੰਦਰ ਪ੍ਰਚਲਿਤ ਰਹਿੰਦੇ ਨੇ। ਤਾਂ ਭਗਤ ਕਬੀਰ ਜੀ ਨੇ ਥਿੱਤੀ ਬਾਣੀ ਰਾਹੀਂ ਸਾਨੂੰ ਇਹਨਾਂ ਭਰਮਾਂ ਵਹਿਮਾਂ ਚੋਂ ਬਾਹਰ ਕੱਢਿਆ ਹੈ ਔਰ ਇਹਨਾਂ ਥਿੱਤਾਂ ਦੇ ਨਾਮ ਲੈ ਕੇ ਇੱਕ ਉੱਚੇ ਸੁੱਚੇ ਜੀਵਨ ਦੀ ਜੁਗਤ ਦੱਸੀ ਹੈ। ਜਿਸ ਜੀਵਨ ਜੁਗਤ ਨੂੰ ਅਪਣਾ ਕੇ ਮਨੁੱਖ ਪ੍ਰਭੂ ਵਰਗਾ ਹੋ ਸਕਦਾ ਹੈ, ਚੰਗੀ ਇਨਸਾਨੀਅਤ ਵਾਲੀ ਜ਼ਿੰਦਗੀ ਜੀ ਸਕਦਾ ਹੈ ਔਰ ਰੱਬ ਦੇ ਅੰਦਰ ਅਪੇਦ ਹੋ ਕੇ ਰੱਬ ਦਾ ਰੂਪ ਹੋ ਸਕਦਾ ਹੈ। ਤਾਂ ਆਓ ਬੜੇ ਪਿਆਰ ਦੇ ਨਾਲ ਵਿਚਾਰ ਕਰਨ ਦਾ ਯਤਨ ਕਰੀਏ। ਇੱਕ ਓੰਕਾਰ ਸਤ ਗੁਰ ਪ੍ਰਸਾਦ। ਇੱਕ ਓੰਕਾਰ ਤੋਂ ਭਾਵ ਕਿ ਇੱਕ ਓੰਕਾਰ ਦਾ ਭਾਵ ਇੱਕ ਸਰਬ ਵਿਆਪਕ ਪਰਮ ਸੱਤਿਆ, ਜਿਸ ਕਰਕੇ ਸੰਸਾਰ ਦੀ ਉਤਪਤੀ, ਲੈਤਾ, ਪਾਲਣਾ ਔਰ ਸੰਚਾਲਨ ਹੁੰਦਾ ਹੈ। ਇਹ ਸਾਰਾ ਦਿਸਦਾ ਜਗਤ ਜਿਸ ਦਾ ਪ੍ਰਤੱਖ ਰੂਪ ਹੈ। ਐਸਾ ਪ੍ਰਭੂ ਸदैव ਹੈ, ਅਬਿਨਾਸ਼ੀ ਹੈ। ਗੁਰ ਪ੍ਰਸਾਦ ਦਾ ਮਤਲਬ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ, ਭਾਵ ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਜੀਵਿਆਂ ਐਸੇ ਪ੍ਰਭੂ ਦੀ ਸਾਨੂੰ ਸੂਝ ਔਰ ਸਮਝ ਮਿਲਦੀ ਹੈ। ਰਜ਼ਾ ਭਾਣੇ ਦਾ ਪਤਾ ਲੱਗਦਾ ਹੈ ਔਰ ਰਜ਼ਾ ਭਾਣੇ ਮੁਤਾਬਕ ਜ਼ਿੰਦਗੀ ਜੀ ਕੇ ਮਨੁੱਖ ਉਸ ਪ੍ਰਭੂ ਦੇ ਅੰਦਰ ਸਮਾ ਸਕਦਾ ਹੈ। ਰਾਗ ਗੌੜੀ ਥਿੱਤੀ ਕਬੀਰ ਜੀ ਕੀ। ਰਾਗ ਗੌੜੀ ਵਿੱਚ ਭਗਤ ਕਬੀਰ ਜੀ ਦੀ ਥਿੱਤੀ ਚੰਦਰਮਾ ਦੇ ਚੜ੍ਹਾਅ ਉਤਰਾਅ ਦੇ ਨਾਲ ਸੰਬੰਧਿਤ ਦਿਨਾਂ ਬਾਰੇ ਬਾਣੀ। ਇਸ ਪਾਵਨ ਬਾਣੀ ਰਾਹੀਂ ਭਗਤ ਕਬੀਰ ਜੀ ਨੇ ਸਾਡੇ ਬਹੁਤ ਸਾਰੇ ਵਹਿਮ ਔਰ ਭਰਮ ਦੂਰ ਕੀਤੇ ਹਨ ਔਰ ਸਾਨੂੰ ਉੱਚਾ ਸੁੱਚਾ ਜੀਵਨ ਜੀਣ ਦਾ ਸੰਦੇਸ਼, ਆਦੇਸ਼, ਉਪਦੇਸ਼ ਦਿੱਤਾ ਹੈ ਔਰ ਇੱਕ ਐਸਾ ਰਾਸਤਾ ਵਿਖਾਇਆ ਹੈ ਜਿਸ ਰਾਹ ਨੂੰ ਅਪਣਾ ਕੇ ਦੁਨੀਆ ਦਾ ਹਰ ਇਨਸਾਨ ਸੁਖੀ ਔਰ ਸ਼ਾਂਤ ਹੋ ਸਕਦਾ ਹੈ। ਸ਼ਲੋਕ। 15 ਥਿੱਤੀ ਸਾਤ ਵਾਰ ਕਹਿ ਕਬੀਰ ਉਰਵਾਰ ਨਾ ਪਾਰ। 15 ਥਿੱਤਾਂ ਨੇ ਔਰ 7 ਵਾਰ ਨੇ। ਤਾਂ ਭਗਤ ਕਬੀਰ ਜੀ ਕਹਿੰਦੇ ਨੇ ਜੋ ਲੋਕ ਇਹਨਾਂ ਥਿੱਤਾਂ ਔਰ ਵਾਰਾਂ ਦੇ ਭਰਮ ਵਿੱਚ ਪੈ ਰਹਿੰਦੇ ਨੇ ਕਿ ਕੋਈ ਥਿੱਤ ਸ਼ੁਭ ਔਰ ਕੋਈ ਥਿੱਤ ਅਸ਼ੁਭ ਹੈ, ਕਹਿ ਕਬੀਰ ਉਰਵਾਰ ਨਾ ਪਾਰ। ਉਹ ਲੋਕ ਨਾ ਉਰਲੇ ਪਾਸੇ ਔਰ ਨਾ ਪਰਲੇ ਪਾਸੇ ਪਹੁੰਚਦੇ ਨੇ। ਭਾਵ ਉਹ ਜੀਵਨ ਦੇ ਉੱਚੇ ਸੁੱਚੇ ਮਨੋਰਥ ਤੇ ਨਹੀਂ ਪਹੁੰਚਦੇ, ਸਗੋਂ ਇਸ ਭਰਮ ਦੇ ਅੰਦਰ ਹੀ ਡੁੱਬੇ ਰਹਿੰਦੇ ਨੇ। ਇਸ ਭਰਮ ਦੇ ਵਿੱਚ ਹੀ, ਭੁਲੇਖੇ ਦੇ ਵਿੱਚ ਹੀ ਪੈ ਕੇ ਆਪਣੀ ਜ਼ਿੰਦਗੀ ਗੁਜ਼ਾਰਦੇ ਨੇ। ਉਹ ਜੀਵਨ ਦੀ ਅਸਲੀਅਤ ਨੂੰ ਨਹੀਂ ਸਮਝ ਪਾਉਂਦੇ, ਪਹਿਲੀ ਗੱਲ। ਤੇ ਦੂਜੀ ਗੱਲ ਇਹ ਹੈ, ਕਹਿ ਕਬੀਰ ਉਰਵਾਰ ਨਾ ਪਾਰ।
ਕਬੀਰ ਜੀ ਕਹਿੰਦੇ ਨੇ ਕਿ ਇਹਨਾਂ 15 ਥਿੱਤਾਂ ਦੇ ਵਹਿਮਾਂ ਔਰ ਭਰਮਾਂ ਨੂੰ ਛੱਡ ਕੇ, 7 ਵਾਰਾਂ ਦੇ ਵਹਿਮਾਂ ਭਰਮਾਂ ਨੂੰ ਛੱਡ ਕੇ, ਜਿਸ ਪ੍ਰਭੂ ਦਾ ਉਰਵਾਰ ਪਾਰ ਨਹੀਂ ਹੈ ਨਾ, ਉਸ ਪ੍ਰਭੂ ਦੀ ਸਿਫਤ ਸਲਾਹ ਕਰ, ਉਸ ਪ੍ਰਭੂ ਦੇ ਗੁਣਾਂ ਦੇ ਨਾਲ ਗੱਲ ਕਰ, ਤੇ ਉਸ ਪ੍ਰਭੂ ਦੇ ਗੁਣਾਂ ਦੇ ਨਾਲ ਸਾਂਝ ਪਾ। ਸਾਧਿਕ ਸਿੱਧ ਲਖੈ ਜੋ ਭੇਓ। ਹੁਣ ਕੁਛ ਲੋਕ ਤੇ ਉਹ ਨੇ ਜੋ 15 ਥਿੱਤਾਂ ਔਰ 7 ਵਾਰਾਂ ਦੇ ਭਰਮ ਵਹਿਮ ਵਿੱਚ ਹੀ ਪੈ ਰਹਿੰਦੇ ਨੇ। ਜਿਵੇਂ ਆਮ ਇੱਕ ਕਹਾਵਤ ਨਾ ਪਿੰਡਾਂ ਵਿੱਚ, ਅਸੀਂ ਆਮ ਕਹਿੰਦੇ ਆ ਬੁੱਧ ਕੰਮ ਸੁੱਧ, ਕਿ ਬੁੱਧਵਾਰ ਨੂੰ ਕੰਮ ਰਾਸ ਆ ਜਾਂਦੇ ਨੇ, ਤਾਂ ਇੱਕ ਵਹਿਮ ਹੈ। ਇਹ ਨਹੀਂ ਕਿ ਮੰਗਲਵਾਰ ਨੂੰ ਕੰਮ ਰਾਸ ਨਹੀਂ ਆਏਗਾ ਜਾਂ ਵੀਰਵਾਰ ਨੂੰ ਨਹੀਂ ਆਏਗਾ। ਬੁੱਧਵਾਰ ਨੂੰ ਕੰਮ ਰਾਸ ਤਾਂ ਆਏਗਾ ਜੇ ਉਹਦੀ ਰਿਕੁਆਇਰਮੈਂਟ ਪੂਰੀ ਕਰੋਗੇ, ਤੇ ਜੇ ਉਸ ਕੰਮ ਦੀ ਰਿਕੁਆਇਰਮੈਂਟ ਵੀਰਵਾਰ ਨੂੰ ਪੂਰੀ ਕਰ ਦੋਗੇ ਤਾਂ ਵੀਰਵਾਰ ਵੀ ਰਾਸ ਆ ਜਾਏਗਾ। ਆਮ ਲੋਕ ਸ਼ਨੀਚਰਵਾਰ ਨੂੰ ਨੈਸ਼ ਸਮਝਦੇ ਨੇ, ਕੋਈ ਵੀਰਵਾਰ ਨੂੰ ਮਾੜਾ ਸਮਝਦਾ ਹੈ, ਕੋਈ ਏਕਮ ਥਿੱਤ ਨੂੰ ਚੰਗੀ ਸਮਝਦਾ ਹੈ, ਕੋਈ ਚੌਥ ਨੂੰ ਮਾੜੀ ਸਮਝਦਾ ਹੈ। ਤਾਂ ਕਬੀਰ ਜੀ ਕਹਿੰਦੇ ਨੇ ਕੁਝ ਲੋਕ ਤੇ ਐਸੇ ਨੇ ਜੋ ਇਹਨਾਂ ਥਿੱਤਾਂ ਵਾਰਾਂ ਦੇ ਵਹਿਮਾਂ ਭਰਮਾਂ ਵਿੱਚ ਪੈ ਨੇ। ਪਰ ਜਿਹੜੇ ਲੋਕ ਰੱਬੀ ਗੁਣਾਂ ਦੇ ਨਾਲ ਜੁੜੇ ਨੇ, ਸਾਧਿਕ ਸਿੱਧ ਲਖੈ ਜੋ ਭੇਓ, ਸਾਧਨਾ ਵਿੱਚ ਲੱਗੇ ਹੋਏ ਲੋਕ ਜਾਂ ਸਾਧਨਾ ਵਿੱਚ ਪੁੱਗੇ ਹੋਏ ਲੋਕ ਜੇ ਭੇਦ ਦੀ ਗੱਲ ਨੂੰ ਸਮਝ ਲੈਣ, ਅਸਲੀਅਤ ਨੂੰ ਸਮਝ ਲੈਣ। ਕਈ ਲੋਕ ਐਸੇ ਨੇ ਸਿਰਫ ਯੋਗ ਸਾਧਨਾਵਾਂ ਵਿੱਚ ਹੀ ਲੱਗੇ ਨੇ, ਕਈ ਲੋਕ ਨੇ ਉਹਨਾਂ ਨੇ ਉਸ ਚੀਜ਼ ਦੀ ਮਾਸਟਰੀ ਕਰ ਲਈ ਹੈ। ਪਰ ਗੁਰੂ ਜੀ ਕਹਿੰਦੇ ਨੇ ਕੋਈ ਸਾਧਨਾ ਦੇ ਵਿੱਚ ਲੱਗਾ ਹੋਇਆ ਇਨਸਾਨ ਲਖੈ ਜੋ ਭੇਓ, ਜੇ ਭੇਦ ਵਾਲੀ ਗੱਲ ਨੂੰ ਸਮਝ ਲੈ, ਭੇਦ ਦਾ ਮਤਲਬ ਅਸਲੀਅਤ ਨੂੰ ਸਮਝ ਲੈ ਕਿ ਇੱਕ ਹੀ ਸਾਰਾ ਪਸਰਿਆ ਹੋਇਆ ਹੈ। ਰੱਬੀ ਰਜ਼ਾ ਦੇ ਵਿੱਚ ਤੁਰ ਕੇ ਹੀ ਜੀਵਨ ਸਫਲ ਹੁੰਦਾ ਹੈ। ਜੇ ਗੁਣਾਂ ਦੇ ਧਾਰਨੀ ਹੋਈ ਤਾਂ ਹੀ ਜ਼ਿੰਦਗੀ ਵਿੱਚ ਸੁਖ ਸ਼ਾਂਤੀ ਆਉਂਦੀ ਹੈ। ਜੇ ਕੋਈ ਇਹ ਸਚਾਈ ਨੂੰ ਸਮਝ ਲੈ ਕਿ ਇਹ ਵਹਿਮ ਭਰਮ ਨੇ, ਲੇਕਿਨ ਸਚਾਈ ਕੁਝ ਹੋਰ ਹੈ। ਸਾਧਿਕ ਸਿੱਧ ਲਖੈ ਜੋ ਭੇਓ, ਜੇ ਕੋਈ ਸਾਧਨਾ ਵਿੱਚ ਲੱਗਾ ਹੋਇਆ ਇਨਸਾਨ ਸਫਲਤਾ ਤੇ ਪਹੁੰਚਿਆ ਹੋਇਆ ਇਸ ਭੇਦ ਨੂੰ ਜਾਣ ਲਵੇ, ਸਮਝ ਲੈ, ਤਾਂ ਗੁਰੂ ਜੀ ਕਹਿੰਦੇ ਨੇ ਆਪੇ ਕਰਤਾ ਆਪੇ ਦੇਓ। ਕਰਤਾ ਦਾ ਮਤਲਬ ਕਰਤਾਰ, ਰਚਨਹਾਰ। ਦੇਓ ਦਾ ਮਤਲਬ ਪ੍ਰਕਾਸ਼ ਸਰੂਪ। ਆਪੇ ਕਰਤਾ ਆਪੇ ਦੇਓ ਦਾ ਮਤਲਬ ਉਹਨੂੰ ਪ੍ਰਕਾਸ਼ ਸਰੂਪ ਕਰਤਾਰ ਹਰ ਥਾਂ ਤੇ ਦਿਸ ਪਏਗਾ ਕਿ ਕਰਤਾ ਔਰ ਦੇਓ ਪ੍ਰਕਾਸ਼ ਸਰੂਪ ਜੋ ਕਰਤਾਰ ਹੈ ਉਹ ਆਪ ਹੀ ਆਪ ਪਸਰਿਆ ਹੋਇਆ ਹੈ। ਆ ਸਾਰਾ ਸੰਸਾਰ ਉਸੇ ਦਾ ਹੀ ਰੂਪ ਹੈ, ਹਰ ਥਾਂ ਦੇ ਉੱਤੇ ਉਹ ਪਸਰਿਆ ਹੋਇਆ ਹੈ। ਜਿਹੜਾ ਇਸ ਵਹਿਮ ਭਰਮ ਦੇ ਵਿੱਚੋਂ ਨਿਕਲ ਕੇ ਅਸਲੀਅਤ ਨੂੰ ਜਾਣ ਲਏਗਾ, ਰੱਬੀ ਗੁਣਾਂ ਨਾਲ ਸਾਂਝ ਪਾਏਗਾ, ਤਾਂ ਉਹਨੂੰ ਸਮਝ ਪੈ ਜਾਏਗੀ ਕਿ ਹਰ ਥਾਂ ਦੇ ਉੱਤੇ ਹਰ ਸਮੇਂ ਪ੍ਰਕਾਸ਼ ਸਰੂਪ ਪ੍ਰਭੂ ਆਪ ਹੀ ਆਪ ਫੈਲਿਆ ਹੋਇਆ ਹੈ। ਇਸ ਲਈ ਭਗਤ ਕਬੀਰ ਜੀ ਸਾਨੂੰ ਇਹਨਾਂ ਵਹਿਮਾਂ ਭਰਮਾਂ ਚੋਂ ਬਾਹਰ ਕੱਢ ਕੇ ਇੱਕ ਪ੍ਰਭੂ ਦੇ ਨਾਲ ਜੋੜ ਰਹੇ ਨੇ। ਥਿੱਤੀ ਅਮਾਵਸ ਮਹਿ ਆਸ ਨਿਵਾਰਹੁ। ਅਮਾਵਸ ਦਾ ਮਤਲਬ ਮੱਸਿਆ। ਹੁਣ ਲੋਕ ਮੱਸਿਆ ਨੂੰ ਬੜਾ ਪਵਿੱਤਰ ਸਮਝਦੇ ਨੇ, ਪੂਰਨਮਾਸ਼ੀ ਨੂੰ ਪਵਿੱਤਰ ਸਮਝਦੇ ਨੇ ਕਿ ਮੱਸਿਆ ਜਿਹੜੀ ਹੈ ਬਹੁਤ ਪਵਿੱਤਰ ਹੈ, ਮੱਸਿਆ ਦਾ ਪਵਿੱਤਰ ਦਿਹਾੜਾ ਆਮ ਲੋਕ ਕਹਿੰਦੇ ਨੇ। ਤੇ ਆਮ ਜਿਹੜਾ ਹੈ ਪੰਜਾਬੀ ਲੋਕਾਂ ਦੇ ਘਰਾਂ ਵਿੱਚ ਵੀ ਤੇ ਦੂਜੇ ਲੋਕਾਂ ਦੇ ਘਰਾਂ ਵਿੱਚ ਵੀ ਮੱਸਿਆ ਵਾਲੇ ਦਿਨ ਆਮ ਖੀਰ ਵਗੈਰਾ ਬਣਾਉਂਦੇ ਸਨ ਪਿੰਡਾਂ ਵਿੱਚ। ਅੱਜ ਕੱਲ ਵੀ ਕਈ ਬਣਾਉਂਦੇ ਨੇ। ਤੇ ਮੱਸਿਆ ਵਾਲੇ ਦਿਨ ਗੁਰਦੁਆਰਾ ਸਾਹਿਬ ਵੀ ਲੋਕ ਆਮ ਜਾਂਦੇ ਨੇ, ਮੰਦਿਰਾਂ ਵਿੱਚ ਜਾਂਦੇ ਨੇ। ਮੱਸਿਆ ਨੂੰ ਪਵਿੱਤਰ ਸਮਝਿਆ ਜਾਂਦਾ ਹੈ। ਲੇਕਿਨ ਗੁਰੂ ਜੀ ਸਮਝਾ ਰਹੇ ਨੇ ਕਿ ਮੱਸਿਆ ਵੀ ਦੂਜੇ ਦਿਨਾਂ ਵਰਗਾ ਇੱਕ ਦਿਨ ਹੈ। ਇਹਦਾ ਪਵਿੱਤਰਤਾ ਔਰ ਅਪਵਿੱਤਰਤਾ ਦੇ ਨਾਲ ਦੂਰ ਦਾ ਵੀ ਸੰਬੰਧ ਨਹੀਂ ਹੈ। ਜਿਵੇਂ ਕੱਲ ਇੱਕ ਦਿਨ ਸੀ ਨਾ, ਉਵੇਂ ਅੱਜ ਇੱਕ ਦਿਨ ਹੈ, ਉਵੇਂ ਕੱਲ ਨੂੰ ਆਉਣ ਵਾਲਾ ਵੀ ਇੱਕ ਦਿਨ ਹੋਏਗਾ। ਮੱਸਿਆ, ਸੰਗਰਾਂਦ ਜਾਂ ਪੂਰਨਮਾਸ਼ੀ, ਇਹਨਾਂ ਦਾ ਪਵਿੱਤਰਤਾ ਔਰ ਅਪਵਿੱਤਰਤਾ ਦੇ ਨਾਲ ਕੋਈ ਸੰਬੰਧ ਨਹੀਂ ਹੈ। ਜਿਵੇਂ ਜਨਵਰੀ, ਫਰਵਰੀ, ਮਾਰਚ ਆਦਿਕ ਮਹੀਨੇ ਨੇ, ਉਵੇਂ ਹੀ ਇਹ ਜਿਹੜੇ ਦੇਸੀ ਮਹੀਨੇ ਨੇ ਚੇਤ, ਵਿਸਾਖ, ਜੇਠ, ਹਾੜ, ਉਵੇਂ ਹੀ ਥਿੱਤਾਂ ਨੇ। ਜਿਵੇਂ ਸੰਡੇ, ਮੰਡੇ ਆਦਿਕ ਇੰਗਲਿਸ਼ ਵਿੱਚ ਵਾਰ ਨੇ, ਉਵੇਂ ਹੀ ਸੋਮਵਾਰ, ਮੰਗਲਵਾਰ ਆਦਿਕ ਵਾਰ ਨੇ। ਇਹਨਾਂ ਦਾ ਪਵਿੱਤਰਤਾ ਔਰ ਅਪਵਿੱਤਰਤਾ ਦੇ ਨਾਲ ਕੋਈ ਸੰਬੰਧ ਨਹੀਂ ਹੈ। ਹੁਣ ਭਗਤ ਕਬੀਰ ਜੀ ਕਹਿੰਦੇ ਨੇ ਮੱਸਿਆ ਤੁਹਾਡੀ ਕਿਵੇਂ ਸਫਲ ਹੋ ਸਕਦੀ ਹੈ। ਅਮਾਵਸ ਜਿਹੜੀ ਹੈ, ਜਿਸ ਦਿਨ ਚੰਦਰਮਾ ਨਹੀਂ ਦਿਸ ਰਿਹਾ,
ਤਾਂ ਉਹ ਪਵਿੱਤਰ ਨਹੀਂ ਹੈ ਔਰ ਅਪਵਿੱਤਰ ਵੀ ਨਹੀਂ ਹੈ, ਉਹ ਇੱਕ ਦਿਨ ਹੈ ਸਿਰਫ। ਤੇ ਇਹ ਦਿਨ ਤੁਹਾਡਾ ਚੰਗਾ ਕਿਵੇਂ ਹੋ ਸਕਦਾ ਹੈ? ਅਮਾਵਸ ਮਹਿ ਆਸ ਨਿਵਾਰਹੁ, ਤੇ ਜਿਹੜੀਆਂ ਤੁਹਾਡੇ ਮਨ ਦੇ ਅੰਦਰ ਆਸਾਵਾਂ ਨੇ, ਤ੍ਰਿਸ਼ਨਾਵਾਂ ਨੇ, ਉਹਨਾਂ ਨੂੰ ਦੂਰ ਕਰੋ। ਕਿਉਂਕਿ ਲੋਕ ਆਮ ਮੱਸਿਆ ਵਾਲੇ ਦਿਨ ਇਸ਼ਨਾਨ ਆਦਿ ਕਰਦੇ ਨੇ, ਵਰਤ ਰੱਖਦੇ ਨੇ, ਮੱਸਿਆ ਨੂੰ ਪਵਿੱਤਰ ਸਮਝਦੇ ਨੇ। ਤਾਂ ਕਬੀਰ ਜੀ ਕਹਿੰਦੇ ਨੇ ਪਿਆਰਿਓ, ਇਸ਼ਨਾਨ ਔਰ ਵਰਤ ਨੂੰ ਕੇਵਲ ਮੱਸਿਆ ਨਾਲ ਨਾ ਜੋੜ ਕੇ, ਸਗੋਂ ਮੱਸਿਆ ਵਾਲਾ ਦਿਨ ਤੁਹਾਡਾ ਪਵਿੱਤਰ ਹੋਏਗਾ ਜੇ ਆਪਣੇ ਅੰਦਰ ਦੀਆਂ ਆਸਾਵਾਂ ਤ੍ਰਿਸ਼ਨਾ ਨੂੰ ਖਤਮ ਕਰੋ, ਤਾਂ ਉਹ ਦਿਨ ਤੁਹਾਡਾ ਠੀਕ ਹੈ। ਤਾਂ ਨਹੀਂ ਤਾਂ ਤੁਹਾਡੀ ਮੱਸਿਆ ਸਫਲ ਨਹੀਂ ਹੋਏਗੀ। ਮੱਸਿਆ ਕੋਈ ਇਨਸਾਨੀਅਤ ਪੈਦਾ ਨਹੀਂ ਕਰੇਗੀ। ਤਾਂ ਤੁਹਾਡੀ ਮੱਸਿਆ ਹੈ ਜੇ ਤੁਸੀਂ ਆਪਣੀ ਜ਼ਿੰਦਗੀ ਦੇ ਅੰਦਰੋਂ ਆਸ਼ਾਵਾਂ ਨੂੰ, ਖਾਹਿਸ਼ਾਂ ਨੂੰ ਛੱਡੋ, ਵਿਕਾਰਾਂ ਨੂੰ ਦੂਰ ਕਰੋ। ਅੰਤਰਜਾਮੀ ਰਾਮ ਸਮਾਰੋ। ਅੰਤਰਜਾਮੀ ਦਾ ਮਤਲਬ ਅੰਦਰ ਦੀਆਂ ਜਾਣਨ ਵਾਲਾ। ਰਾਮ ਦਾ ਮਤਲਬ ਜੋ ਜਰਰੇ ਜਰਰੇ ਅੰਦਰ ਸਮਾਇਆ ਹੋਇਆ ਹੈ। ਸਮਾਰੋ ਦਾ ਮਤਲਬ ਉਹਨੂੰ ਆਪਣੇ ਚਿੱਤ ਦੇ ਅੰਦਰ ਵਸਾਓ, ਆਪਣੀ ਸੋਚ ਅੰਦਰ ਵਸਾਓ। ਇਹ ਚੀਜ਼ ਸਮਝੋ ਕਿ ਰੱਬ ਅੰਤਰਜਾਮੀ ਹੈ, ਅੰਦਰ ਦੀ ਜਾਣਨ ਵਾਲਾ ਹੈ, ਔਰ ਰਾਮ ਦਾ ਮਤਲਬ ਰਮਿਆ ਹੋਇਆ ਹੈ। ਇਹ ਦੋ ਚੀਜ਼ਾਂ ਨੂੰ ਯਾਦ ਰੱਖੋ। ਹੁਣ ਜਦੋਂ ਅਸੀਂ ਸਮਝਾਂਗੇ ਨਾ ਅੰਤਰਜਾਮੀ ਹੈ, ਤਾਂ ਫਿਰ ਅਸੀਂ ਕਿਸੇ ਨਾਲ ਧੋਖਾ ਨਹੀਂ ਕਰਾਂਗੇ, ਫਿਰ ਅਸੀਂ ਕਿਸੇ ਨਾਲ ਠੱਗੀ ਨਹੀਂ ਕਰਾਂਗੇ, ਕਿਉਂਕਿ ਮੇਰੇ ਅੰਦਰ ਦੀ ਜਾਣਦਾ ਹੈ ਨਾ ਮੈਂ ਕਿਹਨੂੰ ਇਮੋਸ਼ਨਲ ਬਲੈਕਮੇਲ ਕਰਾਂ। ਤਾਂ ਇਹ ਗੁਣ ਹੈ, ਇਹਦੇ ਪਿੱਛੇ ਭਾਵਨਾ ਹੈ ਕਿ ਇਹ ਚੀਜ਼ ਯਾਦ ਰੱਖੋ ਕਿ ਰੱਬ ਅੰਤਰਜਾਮੀ, ਅੰਦਰ ਦੀ ਜਾਣਨ ਵਾਲਾ ਹੈ। ਤਾਂ ਅੰਦਰ ਦੀ ਸੋਚ ਨੂੰ ਠੀਕ ਕਰੋ। ਰਾਮ ਦਾ ਮਤਲਬ ਰਮਿਆ ਹੋਇਆ ਹੈ, ਹਰ ਇੱਕ ਦੇ ਅੰਦਰ ਹੈ ਉਹ। ਹਰ ਇੱਕ ਨਾਲ ਰੱਬ ਵਰਗਾ ਪਿਆਰ ਵਿਹਾਰ ਕਰੋ, ਤਾਂ ਤੁਹਾਡੀ ਮੱਸਿਆ ਸਫਲੀ ਹੈ। ਤੇ ਜੇ ਅੰਦਰ ਵੀ ਠੱਗੀਆਂ ਨੇ, ਬਾਹਰੀ ਤੌਰ ਤੇ ਈਰਖਾ ਦਵੇਸ਼ ਹੈ, ਤੇ ਮੱਸਿਆ ਨੂੰ ਇਸ਼ਨਾਨ ਕਰ ਰਹੇ ਆ ਤੇ ਦੀਵੇ ਜਗਾ ਰਹੇ ਆ, ਤਾਂ ਉਹਦਾ ਕੋਈ ਲਾਭ ਨਹੀਂ ਹੋਏਗਾ, ਉਹ ਇੱਕ ਵਹਿਮ ਹੋਏਗਾ। ਜੇ ਉਵੇਂ ਕਰੋਗੇ ਨਾ ਉਰਵਾਰ ਪਾਰ ਕਿਤੇ ਵੀ ਨਹੀਂ, ਵਿੱਚੇ ਹੀ ਵਿਕਾਰਾਂ ਦੇ ਡੁੱਬ ਜਾਓਗੇ। ਜੇ ਤੁਸੀਂ ਅਮਾਵਸ ਵਾਲੇ ਦਿਨ ਆਪਣੀਆਂ ਆਸਾਵਾਂ ਤ੍ਰਿਸ਼ਨਾਵਾਂ ਨੂੰ ਮੁਕਾਓਗੇ, ਅੰਤਰਗਾਮੀ ਨੂੰ ਸੰਭਾਲੋਗੇ, ਯਾਨੀ ਅੰਦਰੋਂ ਬਾਹਰੋਂ ਇੱਕ ਹੋਵੋਗੇ, ਸਾਰਿਆਂ ਨਾਲ ਚੰਗਾ ਵਿਹਾਰ ਕਰੋਗੇ, ਤਾਂ ਫਿਰ ਕੀ ਹੋਏਗਾ? ਜੀਵਤ ਪਾਵਹੁ ਮੋਖ ਦੁਆਰ, ਜਿਉਂਦਿਆਂ ਮੋਕਸ਼ ਪਦਵੀ ਪਾ ਲੋਗੇ। ਸਮਝਾਇਆ ਇਹ ਜਾਂਦਾ ਹੈ ਕਿ ਜਿਹੜਾ ਮੱਸਿਆ ਵਾਲੇ ਦਿਨ ਇਸ਼ਨਾਨ ਕਰੇਗਾ, ਵਰਤ ਰੱਖੇਗਾ ਜਾਂ ਕੁਝ ਹੋਰ ਕਰਮ ਕਰੇਗਾ, ਤਾਂ ਉਹ ਇਨਸਾਨ ਜਿਹੜਾ ਹੈ ਮਰਨ ਤੋਂ ਬਾਅਦ ਉਹਨੂੰ ਸਵਰਗ ਮਿਲੇਗਾ, ਮਰਨ ਤੋਂ ਬਾਅਦ ਉਹਨੂੰ ਮੁਕਤੀ ਮਿਲੇਗੀ। ਪਰ ਭਗਤ ਕਬੀਰ ਜੀ ਕਹਿੰਦੇ ਹਨ ਕਿ ਜੇ ਤੁਸੀਂ ਪ੍ਰਭੂ ਦੇ ਨਾਲ ਜੁੜੋ, ਜੇ ਰੱਬੀ ਰਜ਼ਾ ਦੇ ਵਿੱਚ ਤੁਰੋ, ਤਾਂ ਫਿਰ ਕੀ ਹੋਏਗਾ? ਜੀਵਤ ਪਾਵਹੁ ਮੋਖ ਦੁਆਰ, ਜਿਉਂਦਿਆਂ ਤੁਸੀਂ ਮੋਕਸ਼ ਪਦਵੀ ਪਾਲੋਗੇ, ਵਿਕਾਰਾਂ ਦੇ ਅੰਦਰੋਂ ਜਿਉਂਦਿਆਂ ਤੁਹਾਡੀ ਖਲਾਸੀ ਹੋ ਜਾਏਗੀ, ਜਿਉਂਦਿਆਂ ਮੁਕਤੀ ਪਾਲੋਗੇ। ਮਰਨ ਤੋਂ ਬਾਅਦ ਮੁਕਤੀ ਦੀ ਫਿਰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਰਹੇਗੀ। ਤਾਂ ਇਸ ਤਰ੍ਹਾਂ ਭਗਤ ਕਬੀਰ ਜੀ ਇਹਨਾਂ ਥਿੱਤਾਂ ਰਾਹੀਂ ਉਪਦੇਸ਼ ਕਰਕੇ ਜੀਵਨ ਮੁਕਤੀ ਦਾ ਸਿਧਾਂਤ ਪੇਸ਼ ਕਰ ਰਹੇ ਨੇ। ਜੀਵਤ ਪਾਵਹੁ ਮੋਖ ਦੁਆਰ, ਅਨਭਉ ਸ਼ਬਦ ਤਤ ਨਿਜ ਸਾਰ। ਸਾਰ ਨਿਜ ਤਤ, ਆਪਣੇ ਸ੍ਰੇਸ਼ਟ ਅਸਲੇ ਦਾ ਔਰ ਬ੍ਰਹਮ ਦਾ ਗਿਆਨ। ਅਨਭਉ ਸ਼ਬਦ, ਅਨਭਉ ਦਾ ਮਤਲਬ ਜਿਹੜਾ ਭੈ ਤੋਂ ਰਹਿਤ ਹੈ, ਨਿਡਰ ਸਾਹਿਬ ਹੈ, ਉਹਦੇ ਸ਼ਬਦ ਦਾ, ਹੁਕਮ ਦਾ ਪਤਾ ਲੱਗੇਗਾ। ਤਤ ਨਿਜ ਸਾਰ ਦਾ ਮਤਲਬ ਜੋ ਆਪਣੀ, ਤਤ ਨਿਜ ਦਾ ਮਤਲਬ ਜੋ ਆਪਣੀ ਅਸਲੀਅਤ ਹੈ, ਨਿਰੋਲ ਆਪਣਾ ਆਪਾ। ਨਿਜ ਸਾਰ ਤਤ, ਤਤ ਨਿਜ ਸਾਰ, ਨਿਜ ਸਾਰ ਤਤ, ਨਿਰੋਲ ਆਪਣਾ ਸ੍ਰੇਸ਼ਟ ਅਸਲਾ, ਆਪਣੇ ਆਪੇ ਦੀ ਪਹਿਚਾਣ ਆਏਗੀ। ਕਿਵੇਂ? ਅਨਭਉ ਸ਼ਬਦ, ਸ਼ਬਦ ਦਾ ਮਤਲਬ ਹੁਕਮ। ਅਨਭਉ ਦਾ ਮਤਲਬ ਜਿਸ ਨੂੰ ਡਰ ਨਹੀਂ ਹੈ, ਭੈ ਤੋਂ ਰਹਿਤ ਜੋ ਪ੍ਰਭੂ ਹੈ, ਉਹਦੇ ਹੁਕਮ ਦਾ ਪਤਾ ਲੱਗੇਗਾ ਔਰ ਉਹਦੇ ਹੁਕਮ ਦੇ ਅੰਦਰ ਚੱਲ ਕੇ ਆਪਣੇ ਅਸਲੇ ਦੀ ਪਹਿਚਾਣ ਆਏਗੀ। ਤੇ ਸਾਡਾ ਅਸਲਾ ਕੀ ਹੈ ਭਲਾ? ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਤਾਂ ਭਗਤ ਕਬੀਰ ਜੀ ਕਹਿ ਰਹੇ ਨੇ ਜੀਵਨ ਮੁਕਤੀ ਹਾਸਲ ਕਰ ਲੋਗੇ, ਰੱਬੀ ਰਜਾ ਵਿੱਚ ਤੁਰਨ ਦੇ ਨਾਲ ਆਪਣੇ ਅਸਲੀ ਦੀ ਪਹਿਚਾਣ ਆਏਗੀ ਔਰ ਜੀਵਨ ਮੁਕਤੀ ਪ੍ਰਾਪਤ ਕਰੋਗੇ। ਚਰਨ ਕਮਲ ਗੋਬਿੰਦ ਰੰਗ ਲਾਗਾ, ਜਿਨ੍ਹਾਂ ਨੂੰ ਗੋਬਿੰਦ ਰੰਗ ਦਾ ਮਤਲਬ
ਗੋਬਿੰਦ ਦਾ ਪਿਆਰ, ਚਰਨ ਕਮਲ ਗੋਬਿੰਦ ਰੰਗ, ਜਿਨ੍ਹਾਂ ਨੂੰ ਪ੍ਰਭੂ ਦੇ ਸੋਹਣੇ ਚਰਨ ਕਮਲਾਂ ਦਾ ਪਿਆਰ ਲੱਗ ਗਿਆ, ਯਾਨੀ ਜਿਨ੍ਹਾਂ ਦਾ ਰੱਬੀ ਗੁਣਾਂ ਦੇ ਨਾਲ ਪਿਆਰ ਬਣ ਗਿਆ। ਚਰਨ ਕਮਲ ਦਾ ਮਤਲਬ ਰੱਬੀ ਗੁਣ, ਜਿਨ੍ਹਾਂ ਦਾ ਰੱਬੀ ਗੁਣਾਂ ਦੇ ਨਾਲ ਪਿਆਰ ਬਣ ਗਿਆ, ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵਿਰਾਗ, ਨਿਮਾਨਤਾ ਆਦਿਕ, ਉਹਨਾਂ ਨੂੰ ਕੀ ਮਿਲਿਆ? ਸੰਤ ਪ੍ਰਸਾਦ ਭੈ ਮਨ ਨਿਰਮਲ, ਹਰ ਕੀਰਤਨ ਮਹਿ ਅਨਦਿਨ ਜਾਗਾ। ਸੰਤ ਪ੍ਰਸਾਦ ਦਾ ਮਤਲਬ ਗੁਰੂ ਦੀ ਕਿਰਪਾ, ਅਨਦਿਨ ਦਾ ਮਤਲਬ ਹਰ ਰੋਜ਼, ਹਰ ਵੇਲੇ, ਜਾਗਾ ਦਾ ਮਤਲਬ ਜਾਗਦਾ ਰਹਿੰਦਾ ਹੈ, ਹਰ ਕੀਰਤਨ ਦਾ ਮਤਲਬ ਰੱਬੀ ਸਿਫਤ ਸਲਾਹ ਵਿੱਚ ਜੁੜਨਾ। ਤਾਂ ਗੁਰੂ ਦੀ ਕਿਰਪਾ ਦੇ ਨਾਲ ਫਿਰ ਉਸ ਮਨੁੱਖ ਦਾ ਮਨ ਨਿਰਮਲ ਹੋ ਜਾਂਦਾ ਹੈ ਤੇ ਪ੍ਰਭੂ ਦੀ ਸਿਫਤ ਸਲਾਹ ਦੇ ਅੰਦਰ ਜੁੜ ਕੇ ਐਸਾ ਜੋ ਮਨੁੱਖ ਹੈ ਹਮੇਸ਼ਾ ਜਾਗਦਾ ਰਹਿੰਦਾ ਹੈ। ਜਾਗਦਾ ਦਾ ਮਤਲਬ ਹਮੇਸ਼ਾ ਸੁਚੇਤ ਰਹਿੰਦਾ ਹੈ। ਉਹ ਮਨੁੱਖ ਕਦੇ ਵੀ ਵਿਕਾਰਾਂ ਦੇ ਅੰਦਰ ਖਚਤ ਨਹੀਂ ਹੁੰਦਾ, ਉਹ ਹਮੇਸ਼ਾ ਸੁਚੇਤ ਹੈ, ਜਾਗਦਾ ਹੈ, ਇੱਕ ਪਲ ਵਾਸਤੇ ਵੀ ਉਹ ਲਾਪਰਵਾਹ ਨਹੀਂ ਹੁੰਦਾ। ਗੁਰੂ ਦੀ ਕਿਰਪਾ ਦੇ ਨਾਲ ਉਸ ਦਾ ਮਨ ਨਿਰਮਲ ਹੋ ਜਾਂਦਾ ਹੈ, ਉਹ ਰੱਬੀ ਸਿਫਤ ਸਲਾਹ ਕਰਦਾ ਹੈ, ਹਮੇਸ਼ਾ ਸੁਚੇਤ ਰਹਿੰਦਾ ਹੈ, ਯਾਨੀ ਹਰ ਕਰਮ ਕਰਨ ਤੋਂ ਪਹਿਲਾਂ ਉਹ ਹਜ਼ਾਰਾਂ ਵਾਰ ਸੋਚਦਾ ਹੈ ਕਿ ਇਹ ਠੀਕ ਹੈ ਜਾਂ ਗਲਤ ਹੈ, ਗਲਤ ਕੰਮ ਨੂੰ ਛੱਡ ਦਿੰਦਾ ਹੈ ਔਰ ਸਹੀ ਕੰਮ ਉਹ ਕਰਦਾ ਹੈ। ਪਰਿਵਾ ਪ੍ਰੀਤਮ ਕਰੋ ਵਿਚਾਰ, ਇੱਥੇ ਪਰਿਵਾ ਤੇ ਥੋੜਾ ਜਿਹਾ ਰੁਕ ਜਾਣਾ ਹੈ। ਪਰਵਾ ਨਹੀਂ ਪੜਨਾ ਔਰ ਪਰੀਵਾ ਵੀ ਨਹੀਂ ਪੜਨਾ। ਪਰੀਵਾ ਪੜਾਂਗੇ ਤੇ ਬਿਹਾਰੀ ਭੁੱਲ ਜਾਏਗੀ, ਪਰਵਾ ਪੜਾਂਗੇ ਤਾਂ ਸਿਹਾਰੀ ਛੁੱਟ ਜਾਏਗੀ। ਇਸ ਲਈ ਪਰਿਵਾ, ਪਰਿਵਾ ਦਾ ਮਤਲਬ ਹੈਗਾ ਏਕਮ ਥਿਤ, ਪਹਿਲੀ ਥਿਤ। ਪਰਿਵਾ ਪ੍ਰੀਤਮ ਕਰੋ ਵਿਚਾਰ। ਏਕਮ ਥਿਤ ਨੂੰ ਲੋਕ ਸਮਝਦੇ ਨੇ ਕਿ ਇਹ ਜਿਹੜੀ ਥਿਤ ਹੈ ਬੜੀ ਪਵਿੱਤਰ ਹੈ, ਬੜੀ ਚੰਗੀ ਹੈ, ਪਰ ਭਗਤ ਕਬੀਰ ਜੀ ਕਹਿੰਦੇ ਨੇ ਏਕਮ ਥਿਤ ਤਾਂ ਚੰਗੀ ਹੋ ਸਕਦੀ ਹੈ ਜੇ ਤੁਸੀਂ ਪਿਆਰੇ ਪ੍ਰਭੂ ਦੇ ਗੁਣਾਂ ਦੀ ਵਿਚਾਰ ਕਰੋ, ਰੱਬੀ ਸਿਫਤ ਸਲਾਹ ਕਰੋ। ਤੇ ਜੇ ਤੁਸੀਂ ਕਹੋ ਕਿ ਏਕਮ ਵਾਲੇ ਦਿਨ ਸਿਰਫ ਵਰਤ ਰੱਖ ਲਈਏ ਜਾਂ ਥੋੜੇ ਜਿਹੇ ਬਾਹਰਲੇ ਕਰਮਕਾਂਡ ਕਰ ਲਈਏ, ਉਸ ਦੇ ਨਾਲ ਜੀਵਨ ਵਿੱਚ ਕੋਈ ਸੁਧਾਰ ਆ ਜਾਏ, ਉਸ ਦੇ ਨਾਲ ਇਨਸਾਨੀਅਤ ਪੈਦਾ ਹੋ ਜਾਏ ਜਾਂ ਖੁਸ਼ੀ ਪੈਦਾ ਹੋ ਜਾਏ, ਤਾਂ ਉਹ ਇੰਪੋਸੀਬਲ ਹੈ, ਉਹ ਨਹੀਂ ਹੋ ਸਕੇਗਾ। ਇਸ ਲਈ ਗੁਰੂ ਜੀ ਕਹਿੰਦੇ ਨੇ ਪਰਵਾ ਪ੍ਰੀਤਮ ਪਰਵਾ ਜਿਹੜੀ ਹੈ ਤੁਹਾਡੀ ਏਕਮ ਥਿਤ ਹੈ। ਉਸ ਰਾਹੀਂ ਉਪਦੇਸ਼ ਕਰ ਰਹੇ ਨੇ ਕਿ ਪ੍ਰੀਤਮ ਦੇ ਗੁਣਾਂ ਦਾ ਵਿਚਾਰ ਕਰੋ, ਰੱਬ ਦੀ ਸਿਫਤ ਸਲਾਹ ਕਰੋ, ਆਪਣੇ ਵਿਚਾਰ ਮੰਡਲ ਅੰਦਰ ਰੱਬੀ ਗੁਣਾਂ ਨੂੰ ਵਸਾਓ। ਕਿਹਦੇ ਗੁਣਾਂ ਦਾ? ਘਟ ਮਹਿ ਖੇਲੈ ਅਘਟ ਅਪਾਰ। ਅਪਾਰ ਦਾ ਮਤਲਬ ਪਾਰ ਤੋਂ ਰਹਿਤ, ਤੇ ਅਘਟ ਦਾ ਮਤਲਬ ਜਿਹਦਾ ਆਪਣਾ ਕੋਈ ਸਰੀਰ ਨਹੀਂ ਹੈ। ਘਟ ਦਾ ਮਤਲਬ ਸਰੀਰ, ਅਘਟ ਦਾ ਮਤਲਬ ਸਰੀਰ ਤੋਂ ਰਹਿਤ, ਅਪਾਰ ਦਾ ਮਤਲਬ ਪਾਰ ਤੋਂ ਰਹਿਤ। ਜਿਹਦਾ ਆਪਣਾ ਕੋਈ ਵੱਖਰਾ ਸਰੀਰ ਨਹੀਂ ਹੈ, ਜਿਹੜਾ ਪਾਰ ਤੋਂ ਰਹਿਤ ਹੈ। ਘਟ ਮਹਿ ਖੇਲੈ, ਘਟ ਮਹਿ ਖੇਲੇ ਦਾ ਮਤਲਬ ਉਹ ਹਰ ਸਰੀਰ ਦੇ ਅੰਦਰ ਖੇਲ ਰਿਹਾ ਹੈ, ਹਰ ਸਰੀਰ ਦੇ ਅੰਦਰ ਵਸ ਰਿਹਾ ਹੈ, ਉਹਦਾ ਆਪਣਾ ਕੋਈ ਸਰੀਰ ਵੱਖਰਾ ਨਹੀਂ ਹੈ। ਇਹ ਚੀਜ਼ ਨਾ ਸਮਝਣ ਵਾਲੀ ਹੈ। ਜਿਵੇਂ ਆਮ ਲੋਕ ਸਮਝਦੇ ਨੇ ਕਿ ਰੱਬ ਇਸ ਦੁਨੀਆ ਤੋਂ ਬਾਹਰ ਕਿਤੇ ਹੋਰ ਦੁਨੀਆ ਵਿੱਚ ਸਵਰਗ, ਜੰਨਤ ਜਾਂ ਬੈਕੁੰਠ ਵਿੱਚ ਜਾਂ ਸੱਚਖੰਡ ਵਿੱਚ ਬੈਠਾ ਹੋਇਆ ਹੈ, ਤਾਂ ਜਿਹੜਾ ਉੱਤੇ ਬੈਠਾ ਹੋਇਆ ਮੰਨਾਂਗੇ ਉਹ ਸਰੀਰ ਧਾਰੀ ਹੋਏਗਾ, ਇੱਕ ਦੇਸ਼ੀ ਹੋਏਗਾ, ਸਰੀਰ ਇੱਕ ਥਾਂ ਤੇ ਰਹਿ ਸਕਦਾ ਨਾ। ਤਾਂ ਭਗਤ ਕਬੀਰ ਜੀ ਕਹਿੰਦੇ ਨੇ ਉਹ ਸਰੀਰ ਧਾਰੀ ਨਹੀਂ ਹੈ, ਉਹ ਸਾਰੇ ਸਰੀਰਾਂ ਵਿੱਚ ਹੀ ਵਸ ਰਿਹਾ ਹੈ, ਸਾਰੇ ਹਿਰਦਿਆਂ ਦੇ ਅੰਦਰ ਵਸ ਰਿਹਾ ਹੈ, ਗੁਣਾ ਕਰਕੇ, ਸ਼ਕਤੀ ਕਰਕੇ, ਸੱਤਿਆ ਕਰਕੇ, ਹਰ ਸਰੀਰ ਦੇ ਅੰਦਰ ਖੇਲ ਰਿਹਾ ਹੈ, ਉਹੀ ਖੇਲਾਂ ਖੇਲ ਰਿਹਾ ਹੈ। ਉਹ ਇਸ ਦੁਨੀਆ ਤੋਂ ਵੱਖਰਾ ਨਹੀਂ ਹੈ ਤੇ ਕਿਸੇ ਇੱਕ ਸਰੀਰ ਨੂੰ ਰੱਬ ਨਹੀਂ ਮੰਨਿਆ ਜਾ ਸਕਦਾ। ਤਾਂ ਜਿਹਦਾ ਆਪਣਾ ਕੋਈ ਸਰੀਰ ਨਹੀਂ, ਜੋ ਸਰੀਰਾਂ ਦੀ ਕੈਦ ਵਿੱਚ ਨਹੀਂ ਆਉਂਦਾ, ਬੇਅੰਤ ਹੈ, ਅਪਾਰ ਹੈ, ਉਹ ਹਰ ਸਰੀਰ ਵਿੱਚ ਖੇਲ ਰਿਹਾ ਹੈ। ਯਾਨੀ ਉਹਨੂੰ ਵੇਖੋ ਅੰਦਰ ਅਨੰਤ ਹੈ, ਔਰ ਉਹ ਅਨੰਤਤਾ ਹਰ ਇਨਸਾਨ ਦੇ ਅੰਦਰ ਮੌਜੂਦ ਹੈ। ਜਿਵੇਂ ਆਪਾਂ ਰੋਜ਼ ਵਿਚਾਰ ਕਰਦੇ ਹਾਂ ਕਿ ਸਾਡੇ ਜੀਵਨ ਦੇ ਅੰਦਰ, ਸਾਡੇ ਸਰੀਰ ਵਿੱਚ, ਮਨ ਵਿੱਚ, ਬੁੱਧ ਅੰਦਰ ਕਿੰਨੀ ਵੱਡੀ ਪੋਸੀਬਿਲਿਟੀ ਹੈ, ਕਿੰਨੇ ਸਾਰੇ ਗੁਣ ਨੇ, ਸੱਚਾਈ, ਦਇਆ, ਪਿਆਰ, ਮੁਹੱਬਤ ਹਰ ਇੱਕ ਦੇ ਅੰਦਰ ਹੈ ਨੇ। ਤਾਂ ਇਹਨਾਂ ਗੁਣਾਂ ਨੂੰ ਜਿੰਨਾ ਮਰਜ਼ੀ ਵਿਸਥਾਰ ਦੇ ਸਕਦੇ ਹੋ,
ਹਰ ਇੱਕ ਦੇ ਕੋਲ ਦਿਮਾਗ ਹੈ, ਇਹਦੇ ਨਾਲ ਜਿੰਨੀਆਂ ਮਰਜ਼ੀ ਅਨੰਤ ਖੋਜਾਂ ਕਰ ਸਕਦਾ ਹੈ, ਆਪਣੇ ਗਿਆਨ ਵਿੱਚ ਵਾਧਾ ਕਰ ਸਕਦਾ ਹੈ। ਤਾਂ ਉਹ ਅਘਟ ਹੈ ਹਰ ਸਰੀਰ ਵਿੱਚ ਵਸ ਰਿਹਾ ਹੈ। ਕਾਲ ਕਲਪਨਾ ਕਦੇ ਨਾ ਖਾਏ। ਕਾਲ ਕਲਪਨਾ, ਕਲਪਨਾ ਦਾ ਮਤਲਬ ਚਿੰਤਾ, ਫਿਕਰ। ਕਾਲ ਕਲਪਨਾ ਦਾ ਮਤਲਬ ਮੌਤ ਦੀ ਚਿੰਤਾ। ਜਿਹੜਾ ਇਨਸਾਨ ਆਦਿ ਪੁਰਖ में ਰਹਿ ਸਮਾਏ, ਆਦਿ ਪੁਰਖ ਦਾ ਮਤਲਬ ਜੋ ਸਾਰਿਆਂ ਦਾ ਮੁੱਢ ਮੂਲ ਹੈ, ਔਰ ਪੁਰਖ ਦਾ ਮਤਲਬ ਜੋ ਸਭ ਵਿੱਚ ਸਮਾਇਆ ਹੋਇਆ ਹੈ, ਤਾਂ ਐਸੇ ਮਨੁੱਖ ਨੂੰ ਮੌਤ ਦੀ ਚਿੰਤਾ ਨਹੀਂ ਖਾਂਦੀ। ਕਾਲ ਕਲਪਨਾ ਕਦੇ ਨਾ ਖਾਏ, ਉਹਨੂੰ ਕਦੇ ਮੌਤ ਦਾ ਡਰ ਨਹੀਂ ਪੈਂਦਾ, ਉਹਨੂੰ ਆਤਮਿਕ ਮੌਤ ਦੀ ਚਿੰਤਾ ਨਹੀਂ ਰਹਿੰਦੀ। ਇੱਕ ਤਾਂ ਪਹਿਲੀ ਗੱਲ ਕਿ ਉਹਨੂੰ ਸਰੀਰ ਦੇ ਮਰਨ ਦੀ ਵੀ ਚਿੰਤਾ ਨਹੀਂ, ਉਹਨੂੰ ਪਤਾ ਹੈ ਕਿ ਸਰੀਰ ਨੇ ਖਤਮ ਹੋਣਾ ਹੀ ਹੋਣਾ ਹੈ, ਇਹ ਕੁਦਰਤੀ ਨੇਮ ਹੈ। ਮੌਤ ਤੋਂ ਬਿਨਾ ਇਹ ਜੀਵਨ ਚੱਲ ਹੀ ਨਹੀਂ ਸਕਦਾ, ਜਨਮ ਔਰ ਮੌਤ ਦੋਵੇਂ ਜ਼ਰੂਰੀ ਨੇ। ਪਹਿਲੀ ਗੱਲ ਤੇ ਉਹਨੂੰ ਇਹ ਸਮਝ ਆ ਜਾਂਦੀ। ਤੇ ਦੂਜੀ ਗੱਲ ਹੈ ਕਿ ਇੱਕ ਆਤਮਿਕ ਮੌਤ ਦੀ ਵੀ ਚਿੰਤਾ ਹੈ ਨਾ, ਜੋ ਰੱਬ ਦੇ ਅੰਦਰ ਸਮਾਏ ਰਹਿੰਦੇ ਬੰਦੇ ਨੇ। ਇੱਕ ਸਾਨੂੰ ਚਿੰਤਾ ਕਰਨ ਦੀ ਲੋੜ ਹੈ ਕਿ ਸਾਡੀ ਆਤਮਿਕ ਮੌਤ ਨਾ ਹੋ ਜਾਏ, ਜ਼ਮੀਰ ਨਾ ਮਰ ਜਾਏ, ਇਨਸਾਨੀਅਤ ਅੰਦਰੋਂ ਨਾ ਮਰੇ। ਤਾਂ ਉਸ ਇਨਸਾਨ ਨੂੰ ਇਨਸਾਨੀਅਤ ਮਰਨ ਦੀ ਚਿੰਤਾ ਵੀ ਨਹੀਂ ਰਹਿੰਦੀ, ਉਹਦੀ ਆਤਮਿਕ ਮੌਤ ਕਦੇ ਨਹੀਂ ਹੁੰਦੀ। ਕਿਹਦੀ? ਆਦਿ ਪੁਰਖ ਮੈਂ ਰਹਿ ਸਮਾਏ, ਜੋ ਸਾਰਿਆਂ ਦਾ ਮੁੱਢ ਮੂਲ ਸਰਬ ਵਿਆਪਕ ਪ੍ਰਭੂ ਹੈ। ਜੋ ਉਸ ਪ੍ਰਭੂ ਦੇ ਅੰਦਰ ਸਮਾਇਆ ਰਹਿੰਦਾ ਹੈ, ਉਹਨੂੰ ਨਾ ਸਰੀਰਕ ਮੌਤ ਦੀ ਡਰ ਰਹਿੰਦਾ ਹੈ, ਨਾ ਉਹਨੂੰ ਆਤਮਿਕ ਮੌਤ ਦੀ ਚਿੰਤਾ ਹੈ, ਕਿਉਂਕਿ ਆਤਮਿਕ ਮੌਤ ਤੇ ਮਰੇਗਾ ਹੀ ਨਹੀਂ ਨਾ। ਜਿਹੜਾ ਆਦਿ ਪੁਰਖ ਦੇ ਅੰਦਰ ਸਮਾ ਗਿਆ, ਆਦਿ ਦਾ ਮਤਲਬ ਜੋ ਸਭ ਦਾ ਮੁੱਢ ਮੂਲ ਹੈ, ਪੁਰਖ ਦਾ ਮਤਲਬ ਜੋ ਜਰਰੇ ਜਰਰੇ ਅੰਦਰ ਸਮਾਇਆ ਹੋਇਆ ਹੈ। ਤਾਂ ਜੋ ਪ੍ਰਭੂ ਦੇ ਅੰਦਰ ਸਮਾਇਆ ਰਹਿੰਦਾ ਹੈ, ਉਹਨੂੰ ਮੌਤ ਆਦਿਕ ਦੀ ਚਿੰਤਾ ਨਹੀਂ ਰਹਿੰਦੀ, ਉਹਨੂੰ ਮਰਨ ਤੋਂ ਬਾਅਦ ਵਾਲੀ ਮੁਕਤੀ ਔਰ ਨਰਕ ਸੁਰਗ ਦਾ ਡਰ ਔਰ ਲਾਲਚ ਨਹੀਂ ਰਹਿੰਦਾ, ਕਿਉਂਕਿ ਉਹ ਜੀਵਨ ਮੁਕਤ ਹੋ ਜਾਂਦਾ ਹੈ। ਦੁਤੀਆ ਦੋਹ ਕਰ ਜਾਣੈ ਅੰਗ। ਅੰਗ ਦਾ ਮਤਲਬ ਦੋ ਪੱਖ। ਦੁਤੀਆ ਦੋਹ ਕਰ ਜਾਣੈ ਅੰਗ, ਹਿੱਸੇ। ਅੰਗ ਦਾ ਮਤਲਬ ਹਿੱਸੇ। ਜੋ ਆਮ ਮਨੁੱਖ ਹੈ ਨਾ, ਉਹ ਇਸ ਸੰਸਾਰ ਦੇ ਦੋ ਹਿੱਸੇ ਸਮਝਦਾ ਹੈ, ਇੱਕ ਮਾਇਆ ਔਰ ਇੱਕ ਬ੍ਰਹਮ, ਇੱਕ ਸੰਸਾਰ ਔਰ ਇੱਕ ਨਿਰੰਕਾਰ, ਯਾਨੀ ਰੱਬ ਔਰ ਦੁਨੀਆ, ਕੁਦਰਤ ਔਰ ਕਰਤਾ, ਦੋ ਸਮਝਦਾ ਹੈ ਵੱਖਰੇ ਵੱਖਰੇ। ਦੁਤੀਆ ਦੋਹ ਕਰ ਜਾਣੈ ਅੰਗ। ਵੀ ਦੁਤੀਆ ਥਿਤ ਰਾਹੀਂ ਸਾਨੂੰ ਸਮਝਾ ਰਹੇ ਨੇ ਕਿ ਬਹੁਤ ਸਾਰੇ ਬਹੁ ਗਿਣਤੀ ਲੋਕਾਂ ਦੀ ਸੰਸਾਰ ਨੂੰ ਇਹ ਦੋ ਪੱਖਾਂ ਦੇ ਵਿੱਚ ਵੇਖਦੀ ਹੈ, ਰੱਬ ਨੂੰ ਵੱਖਰਾ ਔਰ ਸੰਸਾਰ ਨੂੰ ਵੱਖਰਾ। ਪਰ ਕਬੀਰ ਜੀ ਕਹਿੰਦੇ ਨੇ ਮਾਇਆ ਬ੍ਰਹਮ ਰਮੈ ਸਭ ਸੰਗ। ਮਾਇਆ ਔਰ ਬ੍ਰਹਮ ਦੋ ਰੂਪ ਵੇਖੇ ਨੇ, ਸਮਝੇ ਨੇ ਲੋਕਾਂ ਨੇ ਵੀ ਇੱਕ ਮਾਇਆ ਹੈ, ਇੱਕ ਬ੍ਰਹਮ ਹੈ। ਪਰ ਗੁਰੂ ਜੀ ਕਹਿੰਦੇ ਨੇ ਰਮੈ ਸਭ ਸੰਗ। ਪਰ ਉਹ ਰੱਬ ਨਾ ਜਿਹੜਾ ਹੈ ਵੱਖਰਾ ਨਹੀਂ ਹੈ, ਉਹ ਸਾਰਿਆਂ ਦੇ ਨਾਲ ਸਮਾਇਆ ਹੋਇਆ ਹੈ। ਦੋ ਨਹੀਂ, ਇੱਕ ਹੀ ਹੈ, ਇੱਕ ਓੰਕਾਰ, ਇੱਕ ਹੀ ਸਮਾਇਆ ਹੋਇਆ ਹੈ। ਸਿਰਫ ਸਾਡੀ ਸੋਚ ਵਿੱਚ ਦਵੈਤ ਹੈ, ਸਿਸਟਮ ਦੇ ਅੰਦਰ ਕਿਤੇ ਕੋਈ ਗੜਬੜ ਨਹੀਂ ਹੈ, ਰੱਬ ਇੱਕ ਹੀ ਸਮਾਇਆ ਹੋਇਆ ਹੈ। ਜਦੋਂ ਅਸੀਂ ਵਿਸਥਾਰ ਨਾਲ ਵੇਖਾਂਗੇ ਨਾ, ਆਪਣੀ ਸੀਮਤ ਸੋਚ ਦੀਆਂ ਐਨਕਾਂ ਲਾ ਕੇ, ਜਿਹੜੀ ਸੀਮਤ ਸੋਚ ਸਾਡੇ ਅੰਦਰ ਪੈਦਾ ਹੋਈ ਹੈ, ਉਹ ਸੀਮਤ ਸੋਚ ਨੂੰ ਜਦੋਂ ਦੂਰ ਕਰਕੇ ਵੇਖਾਂਗੇ ਤਾਂ ਇੱਥੇ ਦੋ ਕੁਛ ਨਹੀਂ ਹੈ, ਤੇ ਸਾਰਾ ਕੁਛ ਇੱਕ ਹੀ ਹੈ। ਇਸ ਚੀਜ਼ ਨੂੰ ਸਮਝਣ ਲਈ ਅਸੀਂ ਇੱਕ ਮਿਸਾਲ ਲੈ ਲੈਂਦੇ ਹਾਂ। ਆਪਣੀ ਸੁਰਤ ਨੂੰ ਉੱਥੇ ਲੈ ਜਾਓ ਕਿ ਜਦੋਂ ਆ ਧਰਤੀ ਆਕਾਸ਼ ਯਾਨੀ ਜਿਸ ਦਾ ਸੰਸਾਰ ਹੋਂਦ ਵਿੱਚ ਨਹੀਂ ਸੀ ਆਇਆ, ਜਦੋਂ ਇਹ ਸੰਸਾਰ ਹੋਂਦ ਵਿੱਚ ਨਹੀਂ ਸੀ ਆਇਆ, ਪਿੱਛੇ ਜੋ ਸੀ ਉਹਨੂੰ ਅਸੀਂ ਰੱਬ ਕਹਿੰਦੇ ਆ, ਉਹਨੂੰ ਕੋਈ ਰਾਮ ਰਹੀਮ ਅੱਲਾ ਆਪਣੇ ਹਿਸਾਬ ਦੇ ਨਾਲ ਜੋ ਵੀ ਕੋਈ ਕਹਿੰਦਾ ਹੈ, ਨਾਮ ਨਾਲ ਕੋਈ ਫਰਕ ਨਹੀਂ ਪੈਂਦਾ। ਯਾਨੀ ਅਸੀਂ ਸਿਰਫ ਇਹ ਸ਼ਬਦਾਵਲੀ ਵਰਤ ਸਕਦੇ ਹਾਂ ਕਿ ਜਦੋਂ ਇਹ ਸੰਸਾਰ ਹੋਂਦ ਵਿੱਚ ਨਹੀਂ ਸੀ ਆਇਆ, ਉਸ ਤੋਂ ਪਿੱਛੇ ਜੋ ਸੀ ਉਹ ਰੱਬ ਸੀ। ਤੇ ਉਹ ਜਿਹੜਾ ਰੱਬ ਸੀ ਨਿਰਾਕਾਰ ਸੀ, ਉਦੋਂ ਉਹਦਾ ਨਾਮ ਸੀ ਨਿਰੰਕਾਰ, ਨਿਰਾਕਾਰ। ਤੇ ਨਿਰਾਕਾਰ ਨੇ ਆਪਣਾ ਸਾਕਾਰ ਬਣਾ ਲਿਆ, ਰੂਪ ਬਣਾ ਲਿਆ, ਨਿਰੰਕਾਰ ਆਕਾਰ ਉਪਾਇਆ, ਆਪਣਾ ਆਕਾਰ ਬਣਾ ਲਿਆ। ਨਿਰਗੁਣ ਤੇ ਸਰਗੁਣ ਥੀਆ, ਉਹ ਨਿਰਗੁਣ ਤੋਂ ਸਰਗੁਣ ਹੋ ਗਿਆ। ਤਾਂ ਦੋ ਤੇ ਨਾ ਹੋਇਆ, ਇੱਕ ਹੀ ਪਸਰਿਆ ਨਾ, ਚਾਰ ਚ ਇੱਕ ਹੀ ਪਸਰਿਆ। ਇਸ ਤੋਂ ਅਗਲੀ ਗੱਲ ਜੇ ਅਸੀਂ ਵੇਖੀਏ
ਤਾਂ ਕੋਈ ਬੱਚਾ ਪੈਦਾ ਹੋਇਆ ਹੋਵੇ ਹਸਪੀਟਲ ਵਿੱਚ, ਮੰਨ ਲਓ ਕੋਈ ਬੱਚਾ ਨਵਾਂ ਜਨਮ ਲਿਆ ਹੈ, ਤੇ ਉਸ ਬੱਚੇ ਬਾਰੇ ਤੁਹਾਨੂੰ ਕੋਈ ਡਾਕਟਰ, ਨਰਸ ਜਾਂ ਕੋਈ ਇਹ ਨਾ ਦੱਸੇ ਵੀ ਇਹ ਕਿਸ ਦਾ ਬੱਚਾ ਹੈ, ਤੇ ਅਸੀਂ ਜਾ ਕੇ ਵੇਖੀਏ ਤਾਂ ਕੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਉਹ ਬੱਚਾ ਹਿੰਦੂ ਦਾ ਹੈ, ਮੁਸਲਮਾਨ ਦਾ ਹੈ, ਸਿੱਖ ਈਸਾਈ ਦਾ ਹੈ? ਹਾਂ, ਅਸੀਂ ਰੰਗ ਤੋਂ ਅੰਦਾਜ਼ਾ ਲਾ ਲਾਂਗੇ ਵੀ ਕਾਲਾ ਗੋਰਾ, ਇਹ ਰੰਗ ਤਾਂ ਅਸੀਂ ਵਰਤ ਸਕਦੇ ਹਾਂ, ਲੇਕਿਨ ਇਹ ਤਾਂ ਨਹੀਂ ਨਾ ਪਤਾ ਲੱਗੇਗਾ ਕਿ ਉਹ ਹਿੰਦੂ ਹੈ, ਮੁਸਲਮਾਨ ਹੈ, ਸਿੱਖ ਹੈ, ਈਸਾਈ ਹੈ, ਕੌਣ ਹੈ। ਯਾਨੀ ਸਿਸਟਮ ਇੱਕ ਹੀ ਹੈ। ਇਹ ਨਹੀਂ ਕਿ ਹਿੰਦੂਆਂ ਦੀਆਂ ਔਰਤਾਂ ਦੇ ਅੰਦਰ ਕੋਈ ਹੋਰ ਸਿਸਟਮ ਵਿੱਚ ਬੱਚੇ ਪੈਦਾ ਹੋ ਰਹੇ ਨੇ, ਸਿੱਖਾਂ ਦੇ ਹੋਰ ਤੇ ਮੁਸਲਮਾਨਾਂ ਦੇ ਹੋਰ। ਸਿਸਟਮ ਇੱਕ ਹੀ ਹੈ। ਇੱਕੋ ਹਵਾ ਦੇ ਵਿੱਚੋਂ ਸਾਰੇ ਸਵਾਸ ਲੈ ਰਹੇ ਨੇ, ਇੱਕੋ ਤਰ੍ਹਾਂ ਸਾਰੇ ਜ਼ਿੰਦਗੀ ਜੀ ਰਹੇ ਨੇ, ਤਾਂ ਫਿਰ ਇੱਕ ਹੀ ਹੋਇਆ ਨਾ। ਦ્વੈਤ ਅਸੀਂ ਆਪ ਖੜੀ ਕਰ ਲਈ ਆਪਣੀ ਸੋਚ ਕਰਕੇ। ਤਾਂ ਗੁਰੂ ਜੀ ਕਹਿੰਦੇ ਨੇ ਜਿਹੜੀ ਦੁਤੀਆ ਥਿਤ ਹੈ, ਇਹਦੇ ਵਿੱਚ ਇਹ ਸਮਝੋ ਕਿ ਰੱਬ ਜਿਹੜਾ ਹੈ ਉਹ ਹਰ ਥਾਂ ਦੇ ਉੱਤੇ ਸਮਾਇਆ ਹੋਇਆ ਹੈ। ਦੋ ਨਹੀਂ, ਇੱਕ ਹੀ ਚਾਰ ਚੁਫੇਰੇ, ਇੱਕ ਦਾ ਹੀ ਹੁਕਮ ਚੱਲ ਰਿਹਾ ਹੈ। ਨਾ ਉਹ ਵੱਢੇ ਨਾ ਘਟਦਾ ਜਾਏ, ਨਾ ਉਹ ਵੱਧਦਾ ਹੈ ਨਾ ਉਹ ਘਟਦਾ ਹੈ। ਜੋ ਕੁਲ ਰਹਿਤ ਹਰੀ ਦੇ ਪਿਆਰ ਵਿੱਚ ਹੈ, ਉਹ ਘਟਦਾ ਵੱਧਦਾ ਨਹੀਂ ਹੈ। ਹੁਣ ਨਾ ਉਹ ਵੱਢੇ ਨਾ ਘਟਦਾ ਜਾਏ, ਜਿਹਦੇ ਅੰਦਰ ਰੱਬ ਹੈ, ਜਿਹਦੇ ਅੰਦਰ ਸੱਚ ਸਮਾ ਗਿਆ, ਉਹ ਵਧੇ ਘਟੇਗਾ ਨਹੀਂ, ਉਹ ਇੱਕੋ ਜਿਹਾ ਰਹੇਗਾ, ਹਰੇਕ ਦੇ ਨਾਲ ਵਸ ਰਿਹਾ ਹੈ। ਉਹ ਕਦੇ ਇਹ ਨਹੀਂ ਵੀ ਅੱਜ ਘੱਟ ਹੋ ਗਿਆ ਤੇ ਕੱਲ ਨੂੰ ਵੱਧ ਗਿਆ। ਅੱਜ ਰੱਬ ਬੱਚਾ ਸੀ, ਕੱਲ ਨੂੰ ਜਵਾਨ ਹੋ ਗਿਆ, ਪਰਸੋਂ ਨੂੰ ਬੁੱਢਾ ਹੋ ਗਿਆ। ਉਹ ਐਵੇਂ ਨਹੀਂ ਹੈ। ਇੱਕ ਰਸ ਹੈ, ਤੇ ਜਿਹਦੇ ਅੰਦਰ ਰੱਬ ਵਸ ਜਾਏਗਾ ਉਹ ਵੀ ਵਧੇ ਘਟੇਗਾ ਨਹੀਂ। ਵਧੇ ਘਟੇਗਾ ਦਾ ਮਤਲਬ ਨਾ ਉਹ ਇਨਫੀਰੀਅਰਿਟੀ ਕੰਪਲੈਕਸ ਵਿੱਚ ਜਾਏਗਾ, ਨਾ ਉਹ ਸੁਪਰੀਅਰਿਟੀ ਕੰਪਲੈਕਸ ਵਿੱਚ ਜਾਏਗਾ, ਨਾ ਕਿਸੇ ਵਾਸਤੇ ਉਹਦੇ ਮਨ 'ਚ ਪਿਆਰ ਜ਼ਿਆਦਾ ਹੋਏਗਾ, ਨਾ ਕਿਸੇ ਵਾਸਤੇ ਉਹਦੇ ਮਨ 'ਚ ਈਰਖਾ ਹੋਏਗੀ। ਉਹ ਵੀ ਸਮ ਰਹੇਗਾ, ਸਮ ਅਵਸਥਾ ਦੇ ਵਿੱਚ ਵਿਚਰੇਗਾ। ਅਕੁਲ ਨਿਰੰਜਨ ਏਕੈ ਭਾਏ। ਏਕੈ ਭਾਏ ਦਾ ਮਤਲਬ ਇਕਸਾਰ, ਇੱਕ ਸਮਾਨ। ਅਕੁਲ ਦਾ ਮਤਲਬ ਜਿਹਦੀ ਕੋਈ ਕੁਲ ਨਹੀਂ ਹੈ। ਨਿਰੰਜਨ ਦਾ ਮਤਲਬ ਜੋ ਮਾਇਆ ਦੀ ਮੈਲ ਤੋਂ ਰਹਿਤ ਹੈ। ਤਾਂ ਉਸ ਤੇ ਕੋਈ ਖਾਸ ਕੁਲ ਨਹੀਂ, ਉਹ ਮਾਇਆ ਦੀ ਮੈਲ ਤੋਂ ਰਹਿਤ ਹੈ। ਏਕੈ ਭਾਏ ਦਾ ਮਤਲਬ ਇੱਕੋ ਤਰੀਕੇ ਦੇ ਨਾਲ, ਇੱਕੋ ਸਮਾਨ ਸਾਰੇ ਸੰਸਾਰ ਦੇ ਅੰਦਰ ਫੈਲਿਆ ਹੋਇਆ ਹੈ। ਦੁਤੀਆ ਥਿਤ ਦੇ ਅੰਦਰ ਜੇ ਤੁਸੀਂ ਇਹ ਸਮਝੋਗੇ ਤਾਂ ਤੁਹਾਡੀ ਇਹ ਦੁਤੀਆ ਥਿਤ ਸਫਲੀ ਹੋਏਗੀ। ਦੂਜੀ ਥਿਤ ਵਾਲੇ ਦਿਨ ਤੁਸੀਂ ਸੁਖੀ ਔਰ ਸ਼ਾਂਤ ਰਹਿ ਸਕੋਗੇ, ਤੁਸੀਂ ਆਨੰਦ ਮੰਗਲ ਵਾਲੀ ਜ਼ਿੰਦਗੀ ਜੀ ਸਕੋਗੇ। ਤ੍ਰਿਤੀਆ ਤੀਨੇ ਸਮ ਕਰ ਲਿਆਵੇ। ਤ੍ਰਿਤੀਆ ਦਾ ਮਤਲਬ ਤੀਜੀ ਥਿਤ, ਮੱਸਿਆ ਤੋਂ ਤੀਜਾ ਦਿਨ। ਤੀਨੇ ਦਾ ਮਤਲਬ ਤਿੰਨ ਗੁਣ। ਸਮਕਰ ਦਾ ਮਤਲਬ ਸਮ ਕਰਕੇ, ਬਰਾਬਰ ਕਰਕੇ। ਤਿੰਨਾਂ ਗੁਣਾਂ ਨੂੰ ਇੱਕੋ ਜਿਹਾ ਕਰੇ, ਭਾਵ ਖਤਮ ਕਰੇ। ਤੀਜੀ ਥਿਤ ਜਿਹੜੀ ਹੈ ਸਫਲੀ ਕਿਵੇਂ ਹੈ? ਨਹੀਂ ਕਿ ਖੀਰ ਕੜਾ ਬਣਾਉਣ ਦੇ ਨਾਲ ਸਫਲੀ ਹੋ ਜਾਏਗੀ, ਦੀਵੇ ਜਗਾਉਣ ਨਾਲ, ਧੂਪ ਬੱਤੀਆਂ ਜਗਾਉਣ ਨਾਲ ਕੁਝ ਨਹੀਂ ਫਰਕ ਪੈਣਾ। ਪ੍ਰਭੂ ਦੀ ਸਿਫਤ ਸਲਾਹ ਕਰਨ ਵਾਲਾ ਮਨੁੱਖ ਮਾਇਆ ਦੇ ਤਿੰਨਾਂ ਗੁਣਾਂ ਨੂੰ ਸਹਿਜ ਅਵਸਥਾ ਵਿੱਚ ਸਾਵੇਂ ਰੱਖਦਾ ਹੈ। ਤਿੰਨਾਂ ਗੁਣਾਂ ਨੂੰ ਸਾਵੇਂ ਰੱਖਦਾ ਹੈ, ਉਹ ਇਹਨਾਂ ਤਿੰਨਾਂ ਗੁਣਾਂ ਵਿੱਚ ਡੋਲਦਾ ਨਹੀਂ। ਹੁਣ ਤਿੰਨ ਗੁਣ ਕਿਹੜੇ ਨੇ? ਰਜਗੁਣ, ਤਮਗੁਣ ਔਰ ਸਤਗੁਣ। ਇਹਨਾਂ ਤਿੰਨਾਂ ਗੁਣਾਂ ਦੀ ਵਿਆਖਿਆ ਵਿਦਵਾਨ ਪੁਰਸ਼ਾਂ ਨੇ ਆਪਣੇ ਆਪਣੇ ਹਿਸਾਬ ਦੇ ਨਾਲ ਕੀਤੀ ਹੈ, ਲੇਕਿਨ ਕਈ ਵਾਰੀ ਉਹ ਸਮਝ ਤੋਂ ਪਰੇ ਹੁੰਦੀ ਹੈ, ਉਹਨੂੰ ਅਸੀਂ ਆਪਣੇ ਜੀਵਨ ਦੇ ਵਿੱਚ ਲਾਗੂ ਨਹੀਂ ਕਰ ਪਾਉਂਦੇ ਔਰ ਸਮਝ ਤੋਂ ਬਾਹਰ ਹੀ ਰਹਿੰਦੀ ਹੈ। ਮੈਂ ਵੀ ਕਈ ਬਹੁਤ ਸਾਰੇ ਵਿਦਵਾਨ ਵੀਰਾਂ ਨੂੰ ਪੜ੍ਹਿਆ ਹੈ ਇਸ ਬਾਰੇ, ਰਜਗੁਣ, ਤਮਗੁਣ, ਸਤਗੁਣ ਬਾਰੇ, ਪਰ ਉਹ ਗੱਲ ਸਮਝ ਵਿੱਚ ਨਹੀਂ ਸੀ ਬਹਿੰਦੀ। ਮੈਂ ਸੱਚਾਈ ਪੇਸ਼ ਕਰ ਰਿਹਾ। ਪਰ ਡਾਕਟਰ ਤਾਰਨ ਸਿੰਘ ਜੀ ਨੂੰ ਜਦੋਂ ਪੜ੍ਹਿਆ ਨਾ, ਤਾਂ ਉਹਨਾਂ ਨੇ ਬਹੁਤ ਵਧੀਆ ਵਿਆਖਿਆ ਕੀਤੀ ਹੈ, ਜੋ ਸਾਡੀ ਜ਼ਿੰਦਗੀ ਦੇ ਵਿੱਚ ਘਟਦੀ ਹੈ, ਜਿਹਦੀ ਸਮਝ ਵੀ ਆਉਂਦੀ, ਹਰ ਬੰਦੇ ਨੂੰ ਸਮਝ ਆ ਜਾਂਦੀ ਹੈ, ਬੜੀ ਆਸਾਨੀ ਨਾਲ ਸਮਝ ਆ ਜਾਂਦੀ। ਮਾਇਆ ਇੱਕ ਸੋਚ ਦਾ ਨਾਮ ਹੈ, ਇਹ ਤਾਂ ਅਸੀਂ ਸਾਰੇ ਸਮਝਦੇ ਹਾਂ। ਅੱਗੇ ਇਹਦੇ ਤਿੰਨ ਰੂਪ ਨੇ, ਮਾਇਆ ਦੇ ਤਿੰਨ ਗੁਣ ਨੇ। ਉਹ ਤਿੰਨ ਗੁਣ ਨੇ ਰਜਗੁਣ, ਤਮਗੁਣ ਔਰ ਸਤਗੁਣ। ਰਜਗੁਣ ਦਾ ਮਤਲਬ ਹੈਗਾ ਲਾਲਚ ਦੇ ਅਧੀਨ ਕੀਤੇ ਗਏ ਕਰਮ। ਤਮਗੁਣ ਮਤਲਬ ਅਗਿਆਨਤਾ ਦੇ ਵਿੱਚ ਕੀਤੇ ਗਏ ਕਰਮ। ਤੇ ਸਤਗੁਣ ਦਾ ਮਤਲਬ ਹੈਗਾ ਇਸ ਸੰਸਾਰ ਨੂੰ ਤਿਆਗ ਦੇਣਾ, ਕੰਮ ਕਰਨੇ ਹੀ ਛੱਡ ਦੇਣਾ। ਜਿਵੇਂ ਇਸ ਦੁਨੀਆ ਵਿੱਚ ਤਿੰਨ ਤਰ੍ਹਾਂ ਦੇ ਲੋਕ ਆਪ ਨੂੰ ਮਿਲਣਗੇ। ਇੱਕ ਤੇ ਉਹਨੇ ਜਿਹੜੇ ਬਹੁਤ ਲਾਲਚੀ ਨੇ, ਲਾਲਚ ਨੂੰ ਬੇਸ ਬਣਾ ਕੇ ਜ਼ਿੰਦਗੀ ਜੀ ਰਹੇ ਨੇ।
ਤੇ ਜਿਹੜਾ ਲਾਲਚ ਨੂੰ ਬੇਸ ਬਣਾ ਕੇ ਜ਼ਿੰਦਗੀ ਜੀਵੇਗਾ ਉਹ ਪਾਪ ਅਪਰਾਧ ਕਰਨ ਤੋਂ ਝਕੇਗਾ ਨਹੀਂ। ਐਸੇ ਲੋਕ 2 ਨੰਬਰ ਦੇ ਧੰਦੇ ਕਰਦੇ ਨੇ, ਰਿਸ਼ਵਤ ਲੈਂਦੇ ਨੇ, ਖਾਣ ਪੀਣ ਵਾਲੀਆਂ ਚੀਜ਼ਾਂ ਵਿੱਚ ਮਿਲਾਵਟ ਕਰਦੇ ਨੇ, ਠੱਗੀਆਂ ਮਾਰਦੇ, ਦੂਜਿਆਂ ਦੀਆਂ ਪ੍ਰਾਪਰਟੀਆਂ ਤੇ ਕਬਜ਼ੇ ਕਰਦੇ, ਐਸੀ ਜ਼ਿੰਦਗੀ ਉਹ ਜੀਂਦੇ ਨੇ। ਕੌਣ? ਜਿਹੜੇ ਰਾਜਗੁਣੀ ਨੇ, ਜਿਨ੍ਹਾਂ ਦੇ ਅੰਦਰ ਲਾਲਚ ਹੈ। ਦੂਜੇ ਨੇ ਤਮਗੁਣ ਵਾਲੇ। ਤਮਗੁਣ ਦਾ ਮਤਲਬ ਅਗਿਆਨਤਾ ਭਰੀ ਜ਼ਿੰਦਗੀ ਜੀਣ ਵਾਲੇ। ਅਗਿਆਨਤਾ ਭਰੀ ਜ਼ਿੰਦਗੀ ਜੀਣ ਵਾਲੇ ਉਹ ਨੇ ਜਿਹੜੇ ਵਹਿਮਾਂ ਭਰਮਾਂ ਵਿੱਚ ਪਏ ਨੇ, ਆ ਭੂਤ ਪ੍ਰੇਤ ਤੇ ਦੂਜੇ ਤੀਜੇ ਅਵਰਤਨ ਰਾਤੇ ਸਰਾਧ ਜਾਂ ਇਹੋ ਜਿਹੇ ਜਿਹੜੇ ਕਰਮ ਕਰਦੇ ਨੇ। ਅਗਿਆਨਤਾ ਭਰੇ ਕਰਮ ਕਰੀ ਜਾਣੇ, ਬੇਸਮਝੀ ਵਾਲੇ ਕਰਮ, ਜੀਵਨ ਦਾ ਕੋਈ ਗੋਲ ਹੀ ਨਹੀਂ ਤੇ ਕਰਮ ਕਰੀ ਜਾ ਰਹੇ। ਤੇ ਤੀਜੇ ਉਹ ਨੇ ਜਿਹੜੇ ਕਰਮ ਕਰਨਾ ਛੱਡ ਹੀ ਗਏ ਨੇ, ਸੰਸਾਰ ਨੂੰ ਛੱਡ ਦਿੱਤਾ ਹੈ, ਕੰਮ ਕਰਦੇ ਹੀ ਨਹੀਂ, ਬਾਬੇ ਬਣ ਗਏ, ਸਮਾਜ ਉੱਤੇ ਵਜਨ ਬਣ ਗਏ। ਤੇ ਚੌਥੇ ਉਹ ਨੇ ਜੋ ਇਸ ਸੰਸਾਰ ਦੇ ਅੰਦਰ ਜ਼ਿੰਦਗੀ ਜੀਂਦੇ ਨੇ, ਕਾਰਜ ਕਰਦੇ ਨੇ, ਨਾ ਤਾਂ ਉਹ ਸੰਸਾਰ ਨੂੰ ਛੱਡ ਕੇ ਭੱਜਦੇ ਨੇ, ਨਾ ਉਹ ਅਗਿਆਨਤਾ ਵਾਲੇ ਕੰਮ ਕਰਦੇ ਨੇ, ਨਾ ਉਹ ਲਾਲਚ ਦੇ ਅਧੀਨ ਜ਼ਿੰਦਗੀ ਜੀਂਦੇ ਨੇ। ਸੱਚ ਨੂੰ ਆਧਾਰ ਬਣਾ ਕੇ ਆਪਣੇ ਜੀਵਨ ਦੇ ਫਰਜ਼ਾਂ ਨੂੰ ਪੂਰੀਆਂ ਕਰਦੇ ਨੇ। ਉਹਨੂੰ ਗੁਰਬਾਣੀ ਵਿੱਚ ਕਿਹਾ ਹੈ ਚੌਥਾ ਪਦ। ਤਾਂ ਭਗਤ ਕਬੀਰ ਜੀ ਇੱਥੇ ਸਮਝਾ ਰਹੇ ਨੇ, ਤ੍ਰਿਤੀਆ ਥਿਤ ਤਾਂ ਤੁਹਾਡੀ ਮਹਾਨ ਹੈ, ਜੇਕਰ ਇਹਨਾਂ ਤਿੰਨਾਂ ਗੁਣਾਂ ਨੂੰ ਬਰਾਬਰ ਰੱਖੇ। ਭਾਵ ਕਿ ਇਹਨਾਂ ਤਿੰਨਾਂ ਚੀਜ਼ਾਂ ਤੋਂ ਉਤਾਂ ਉੱਠ ਕੇ ਜ਼ਿੰਦਗੀ ਜੀਵੇ, ਤਾਂ ਇਹ ਤੀਜੀ ਥਿਤ ਤੁਹਾਨੂੰ ਸੁੱਖ ਦੇ ਸਕਦੀ ਹੈ। ਤੀਜੀ ਥਿਤ ਵਾਲੇ ਦਿਨ ਸੁੱਖ ਮਿਲ ਸਕਦਾ ਹੈ। ਤੇ ਜੇ ਐਸਾ ਨਾ ਕਰੋ, ਦੀਵੇ ਜਗਾਉਂਦੇ ਰਹੋ, ਮੱਥੇ ਟੇਕਦੇ ਰਹੋ, ਸਰਾਧ ਵਰਤ ਕਰਦੇ ਰਹੋ, ਧੂਫਾਂ ਤਖਾਂਦੇ ਰਹੋ, ਤਾਂ ਫਿਰ ਜ਼ਿੰਦਗੀ ਅੰਦਰ ਸ਼ਾਂਤੀ ਨਹੀਂ ਆਏਗੀ, ਪ੍ਰਭੂ ਮਿਲਾਪ ਨਹੀਂ ਹੋਏਗਾ, ਜੀਵਨ ਵਿੱਚ ਵਿਕਾਸ ਨਹੀਂ ਹੋਏਗਾ। ਤਾਂ ਪ੍ਰਭੂ ਦੀ ਸਿਫਤ ਸਲਾਹ ਕਰਨ ਵਾਲਾ ਬੰਦਾ ਮਾਇਆ ਦੇ ਤਿੰਨਾਂ ਗੁਣਾਂ ਨੂੰ ਇਕੱਠੇ ਕਰਦਾ ਹੈ, ਭਾਵ ਉਹਨਾਂ ਨੂੰ ਕੰਟਰੋਲ ਵਿੱਚ ਕਰਦਾ ਹੈ। ਔਰ ਨਾਲ ਕਰਦਾ ਕੀ ਹੈ? ਆਨੰਦ ਮੂਲ ਪਰਮ ਪਦ ਪਾ। ਆਨੰਦ ਮੂਲ ਦਾ ਮਤਲਬ ਜੋ ਆਨੰਦ ਦੀ ਜੜ ਹੈ, ਆਨੰਦ ਦਾ ਸੋਮਾ। ਪਰਮ ਪਦ ਦਾ ਮਤਲਬ ਸਭ ਤੋਂ ਉੱਚੀ ਅਵਸਥਾ। ਪਰਮ ਪਦ ਦਾ ਮਤਲਬ ਉਹ ਪਦਵੀ ਜਿੱਥੇ ਜਾ ਕੇ ਮਨੁੱਖ ਰੱਬ ਦੇ ਅੰਦਰ ਸਮਾ ਜਾਂਦਾ ਹੈ। ਅਬ ਤੋ ਜਾਏ ਚੜ੍ਹੇ ਸਿੰਘਾਸਨ, ਮਿਲੇ ਹੈ ਸਾਰਿੰਗ ਪਾਨੀ, ਰਾਮ ਕਬੀਰਾ ਏਕ ਪਏ ਹੈ, ਕੋਈ ਨਾ ਸਕੇ ਪਛਾਨੀ। ਜਿੱਥੇ ਜਾ ਕੇ ਬੰਦਾ ਰੱਬ ਵਰਗਾ ਹੀ ਹੋ ਜਾਂਦਾ, ਜਿੱਥੇ ਜਾ ਕੇ ਬੰਦੇ ਦੀ ਸੋਚ ਸੱਚ ਦਾ ਹੀ ਰੂਪ ਹੋ ਜਾਂਦੀ, ਸੋਚ ਵੱਖਰੀ ਰਹਿੰਦੀ ਨਹੀਂ, ਉਹ ਆਨੰਦ ਦਾ ਮੂਲ ਹੈ ਰੱਬ, ਉਹਨੂੰ ਪਾ ਲੈਂਦਾ। ਤਾਂ ਦੇਖੋ ਰੱਬ ਨੂੰ ਪਾਣਾ ਕਿੰਨਾ ਸਾਨੂੰ ਆਸਾਨ ਸਾਧਨ ਦੱਸ ਰਹੇ ਨੇ ਕਿ ਜੋ ਤਿੰਨੇ ਗੁਣ ਨੇ, ਲਾਲਚ ਹੋ ਗਿਆ, ਅਗਿਆਨਤਾ ਭਰੇ ਕਰਮ ਹੋ ਗਏ, ਔਰ ਕਰਮ ਕਰਨੇ ਨੂੰ ਛੱਡ ਹੀ ਦੇਣਾ, ਇਹਨਾਂ ਤਿੰਨਾਂ ਚੀਜ਼ਾਂ ਨੂੰ ਹੀ ਛੱਡੋ। ਸਗੋਂ ਸੱਚ ਨੂੰ ਆਧਾਰ ਬਣਾ ਕੇ ਜੋ ਜ਼ਿੰਦਗੀ ਜੀਵੇਗਾ, ਸਹਿਜ ਅਵਸਥਾ ਵਿੱਚ ਮਨ ਬਚਨ ਕਰਮ ਕਰਕੇ ਜੋ ਸੱਚ ਦਾ ਧਾਰ ਨਹੀਂ ਹੋਏਗਾ, ਉਹ ਆਨੰਦ ਦੇ ਸੋਮੇ ਪ੍ਰਭੂ ਨੂੰ ਪਾ ਲਵੇਗਾ। ਉਹ ਜੀਵਨ ਦੀ ਸਭ ਤੋਂ ਉੱਚੀ ਪਦਵੀ ਹਾਸਲ ਕਰ ਲੇਗਾ। ਇਹੀ ਜੀਵਨ ਦੀ ਸਭ ਤੋਂ ਉੱਚੀ ਪਦਵੀ ਹੈ, ਔਰ ਇਹੀ ਪ੍ਰਸੰਨਤਾ ਦਾ ਮੂਲ ਹੈ, ਆਨੰਦ ਦਾ ਮੂਲ ਹੈ। ਸਾਧ ਸੰਗਤ ਉਪਜੈ ਵਿਸ਼ਵਾਸ। ਹੁਣ ਐਸਾ ਵਿਸ਼ਵਾਸ ਪੈਦਾ ਕਿੱਥੇ ਹੋਵੇ? ਤਾਂ ਸਾਧ ਸੰਗਤ ਦਾ ਮਤਲਬ ਗੁਰੂ ਦੀ ਸ਼ਰਨ ਵਿੱਚ, ਸਾਧ ਸੰਗਤ ਵਿੱਚ ਰਹਿ ਕੇ ਮਨੁੱਖ ਦੇ ਅੰਦਰ ਵਿਸ਼ਵਾਸ ਪੈਦਾ ਹੋ ਜਾਂਦਾ ਹੈ। ਜਦੋਂ ਗੁਰੂ ਦੀ ਸ਼ਰਨ ਵਿੱਚ ਆਉਂਦਾ ਨਾ ਬੰਦਾ, ਗੁਰਬਾਣੀ ਅਨੁਸਾਰ ਜ਼ਿੰਦਗੀ ਜੀਂਦਾ ਹੈ, ਤੇ ਗੁਰਬਾਣੀ ਅਨੁਸਾਰ ਜ਼ਿੰਦਗੀ ਜੀਣ ਦੇ ਨਾਲ ਉਹਦੇ ਰਿਜ਼ਲਟ ਬਿਲਕੁਲ ਠੀਕ ਨਿਕਲਦੇ ਨੇ। ਫਿਰ ਉਹਦੀ ਜ਼ਿੰਦਗੀ ਦੇ ਅੰਦਰ ਵਿਸ਼ਵਾਸ ਪੈਦਾ ਹੋ ਜਾਂਦਾ ਹੈ। ਤੇ ਜਦੋਂ ਅੰਦਰ ਵਿਸ਼ਵਾਸ ਬਣ ਜਾਏ, ਯਕੀਨ ਬਣ ਜਾਏ, ਬਾਹਰ ਭੀਤਰ ਸਦਾ ਪ੍ਰਗਾਸ, ਫਿਰ ਉਹਦੇ ਅੰਦਰ ਵੀ ਤੇ ਬਾਹਰ ਵੀ ਸਦਾ ਪ੍ਰਭੂ ਦਾ ਹੀ ਚਾਨਣਾ ਹੈ। ਔਰ ਉਹਨੂੰ ਇਹ ਵਿਸ਼ਵਾਸ ਪੈਦਾ ਹੋ ਜਾਂਦਾ ਹੈ, ਬਾਹਰ ਭੀਤਰ ਸਦਾ ਪ੍ਰਗਾਸ, ਕਿ ਅੰਦਰ ਬਾਹਰ ਹਰ ਥਾਂ ਪ੍ਰਭੂ ਦਾ ਹੀ ਪ੍ਰਕਾਸ਼ ਹੈ, ਮੇਰੇ ਅੰਦਰ ਵੀ ਤੇ ਬਾਹਰ। ਉਹਨੂੰ ਇਹ ਯਕੀਨ ਬਣ ਜਾਂਦਾ, ਜਿਹੜਾ ਤਿੰਨਾਂ ਗੁਣਾਂ ਨੂੰ ਆਪਣੇ ਅੰਦਰ ਕਰਦਾ ਹੈ, ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰੀਆਂ ਕਰਦਾ ਹੈ, ਗੁਰੂ ਦੇ ਦੱਸੇ ਰਾਹ ਤੇ ਚੱਲਦਾ ਹੈ। ਗੁਰੂ ਦੇ ਦੱਸੇ ਰਾਹ ਤੇ ਚੱਲਿਆ ਉਹਦੇ ਅੰਦਰ ਇਹ ਵਿਸ਼ਵਾਸ ਬਣ ਜਾਂਦਾ ਹੈ, ਯਕੀਨ ਬਣ ਜਾਂਦਾ ਹੈ ਕਿ ਅੰਦਰ ਬਾਹਰ ਹਰ ਥਾਂ ਤੇ ਰੱਬ ਹੀ ਫੈਲਿਆ ਹੋਇਆ ਹੈ, ਹੋਰ ਕੋਈ ਨਹੀਂ ਹੈ। ਇੱਕ ਹੀ ਸਿਸਟਮ ਹੈ, ਇੱਕ ਹੀ ਫੈਲਿਆ ਹੋਇਆ ਹੈ। ਚੌਥੇ ਚੰਚਲ ਮਨ ਕੋ ਗਹੋ। ਚੌਥੇ ਦਾ ਮਤਲਬ ਚੌਥੀ ਥਿਤ।
ਹੁਣ ਚੌਥ ਵਾਲੇ ਲੋਕ ਨਾ ਕਈ ਸਾਰੇ ਵਹਿਮ ਭਰਮ ਜੁੜੇ ਹੁੰਦੇ ਨੇ। ਮੱਸਿਆ ਤੋਂ ਚੌਥੇ ਦਿਨ ਕਈ ਲੋਕ ਦੁੱਧ ਜਿਹੜਾ ਹੈ ਉਹ ਵੇਚਦੇ ਨਹੀਂ, ਦੁੱਧ ਜਮਾਉਂਦੇ ਵੀ ਨਹੀਂ, ਉਹ ਦੁੱਧ ਦੀ ਖੀਰ ਵਗੈਰਾ ਬਣਾ ਕੇ ਖਾ ਲੈਂਦੇ ਨੇ। ਕਈਆਂ ਦੇ ਘਰਾਂ ਦੇ ਵਿੱਚ ਐਸੇ ਵਹਿਮ ਹੁੰਦੇ ਨੇ, ਪਾਏ ਜਾਂਦੇ ਨੇ। ਚੌਥੀ ਥਿੱਤ ਵਾਲੇ ਦਿਨ ਕੋਈ ਅਲੱਗ ਕਰਮ ਕਾਂਡ ਕਰ ਰਿਹਾ ਹੈ, ਕੋਈ ਹੋਰ ਕਰਮ ਕਾਂਡ ਕਰ ਰਿਹਾ ਹੈ। ਤਾਂ ਭਗਤ ਕਬੀਰ ਜੀ ਸਾਨੂੰ ਸਮਝਾ ਰਹੇ ਨੇ ਕਿ ਇਹਨਾਂ ਕਰਮ ਕਾਂਡਾਂ ਨੂੰ ਛੱਡੋ। ਇਹਨਾਂ ਕਰਮ ਕਾਂਡਾਂ ਦੇ ਨਾਲ ਕੁਝ ਫਰਕ ਪੈਣ ਵਾਲਾ ਨਹੀਂ ਹੈ। ਇਹ ਜੀਵਨ ਤੋਂ ਗਲਤ ਰਾਹ ਵੱਲ ਲੈ ਜਾਣ ਵਾਲੇ ਨੇ। ਸਗੋਂ ਚੰਚਲ ਮਨ ਕੋ ਗਹੋ, ਗਹੋ ਦਾ ਮਤਲਬ ਪਕੜੋ, ਗਹੋ ਦਾ ਮਤਲਬ ਫੜੋ, ਯਾਨੀ ਵਸ ਵਿੱਚ ਲਿਆਓ। ਚੰਚਲ ਦਾ ਮਤਲਬ ਜਿਹੜਾ ਮਨ ਇੱਕ ਥਾਂ ਤੇ ਟਿਕਦਾ ਨਹੀਂ। ਤਾਂ ਚੌਥੀ ਥਿੱਤ ਨੂੰ ਕਿਸੇ ਧਰਮ ਕਰਮ ਯਾਨੀ ਕਰਮ ਕਾਂਡ ਦੀ ਜਗ੍ਹਾ ਤੇ ਆਪਣੇ ਚੰਚਲ ਮਨ ਨੂੰ ਫੜਨ ਦਾ ਯਤਨ ਕਰੋ, ਆਪਣੇ ਚੰਚਲ ਮਨ ਨੂੰ ਟਿਕਾਓ, ਮਨ ਦੀ ਚੰਚਲਤਾ ਨੂੰ ਮਿਟਾਓ। ਚੰਚਲ ਮਨ ਨੂੰ ਫੜਨ ਦਾ ਮਤਲਬ ਕੀ ਹੈ, ਮੀਨਿੰਗ ਕੀ ਹੈ? ਕਿ ਸਾਡਾ ਮਨ ਹੁਣ ਦੌੜ ਰਿਹਾ ਨਾ, ਕਦੇ ਕਿਸੇ ਪਾਸੇ, ਕਦੇ ਕਿਸੇ ਪਾਸੇ, ਕਦੇ ਅੰਦਰ ਕੋਈ ਵਿਚਾਰ ਆ ਰਿਹਾ ਹੈ, ਕਦੇ ਕੋਈ ਵਿਚਾਰ ਆ ਰਿਹਾ ਹੈ। ਤਾਂ ਐਸੀ ਦਸ਼ਾ ਦੇ ਅੰਦਰ ਸਾਡੇ ਜੀਵਨ ਦੇ ਅੰਦਰ ਖੁਸ਼ੀ ਪੈਦਾ ਨਹੀਂ ਹੁੰਦੀ। ਤੇ ਮਨ ਨੂੰ ਪਕੜਨ ਦਾ ਜਾਂ ਮਨ ਨੂੰ ਵਸ ਵਿੱਚ ਕਰਨ ਦਾ ਮਤਲਬ ਹੈ ਕਿ ਤੁਹਾਡੀ ਜ਼ਿੰਦਗੀ ਦਾ ਗੋਲ ਕੀ ਹੈ, ਉਹਦੇ ਤੇ ਟਿਕਾਓ ਮਨ ਨੂੰ। ਜ਼ਿੰਦਗੀ ਦਾ ਕੋਈ ਗੋਲ ਬਣਾਓ ਤੇ ਉਸ ਗੋਲ ਦੇ ਉੱਤੇ ਮਨ ਨੂੰ ਟਿਕਾਓ। ਤੁਹਾਡੇ ਮਨ ਵਿੱਚ ਵਿਚਾਰ ਸਿਰਫ ਉਸ ਗੋਲ ਤੇ ਪਹੁੰਚਣ ਵਾਲੇ ਆਉਣੇ ਚਾਹੀਦੇ ਨੇ। ਤੇ ਸਾਡਾ ਗੋਲ ਕੀ ਹੈ? ਸਚਿਆਰ ਹੋਣਾ। ਕਿਵ ਸਚਿਆਰਾ ਹੋਈ ਹੈ। ਸਾਡਾ ਗੋਲ ਸੰਸਾਰ ਨੂੰ ਛੱਡਣਾ ਨਹੀਂ ਹੈ, ਤਿਆਗਣਾ ਨਹੀਂ ਹੈ। ਸਾਡਾ ਗੋਲ ਕੋਈ ਦੁਕਾਨਾਂ ਛੱਡਣੀਆਂ, ਵਪਾਰ ਛੱਡਣੇ, ਖੇਤੀ ਛੱਡਣੀ ਨਹੀਂ ਹੈ। ਅਸੀਂ ਦੁਕਾਨ ਵੀ ਕਰਨੀ ਹੈ, ਖੇਤੀ ਵੀ ਕਰਨੀ ਹੈ, ਵਪਾਰ ਵੀ ਕਰਨਾ ਹੈ, ਜੌਬ ਵੀ ਕਰਨਾ ਹੈ। ਆਪਣੇ ਰਿਸ਼ਤੇਦਾਰਾਂ, ਸੱਜਣਾ ਮਿੱਤਰਾਂ, ਨਾਨਕਿਆਂ, ਦਾਦਕਿਆਂ, ਚਾਚਿਆਂ, ਤਾਇਆਂ, ਸਹੁਰਿਆਂ, ਸੱਜਣਾ ਮਿੱਤਰਾਂ ਸਾਰਿਆਂ ਦੇ ਨਾਲ ਮਿਲਣਾ ਵਰਤਣਾ ਹੈ। ਲੇਕਿਨ ਆਪਣਾ ਗੋਲ ਬਣਾਉਣਾ ਹੈ ਕਿ ਅਸੀਂ ਸੱਚੀ ਜ਼ਿੰਦਗੀ ਜੀਣੀ ਹੈ, ਅਸੀਂ ਰੱਬੀ ਗੁਣਾਂ ਦੇ ਧਾਰ ਨਹੀਂ ਹੋਣਾ। ਸਾਡਾ ਗੋਲ ਹੈ ਜ਼ਿੰਦਗੀ ਦਾ ਸਚਿਆਰ ਹੋਣਾ। ਤਾਂ ਚੰਚਲ ਮਨ ਨੂੰ ਵਸ ਵਿੱਚ ਕਰੋ, ਇਹਨਾਂ ਕਰਮ ਕਾਂਡਾਂ ਨੂੰ ਤਿਆਗੋ। ਜਿਹੜਾ ਮਨ ਵਿਸ਼ੇ ਵਿਕਾਰਾਂ ਵੱਲ ਦੌੜਦਾ ਹੈ ਉਹਨੂੰ ਰੋਕ ਕੇ ਸੱਚ ਦੇ ਨਾਲ ਜੋੜੋ। ਤਾਂ ਜਿਹੜਾ ਤੁਹਾਡਾ ਇਹ ਚੌਥ ਹੈ, ਚੌਥੀ ਥਿੱਤ ਹੈ, ਸਫਲੀ ਹੋਏਗੀ। ਚੌਥ ਹੈ ਚੰਚਲ ਮਨ ਕੋ ਗਹੋ, ਕਿ ਆਪਣੇ ਦੌੜਦੇ ਹੋਏ ਮਨ ਨੂੰ ਰੋਕੋ। ਕਾਮ ਕ੍ਰੋਧ ਸੰਗ ਕਬਹੂ ਨਾ ਬਹੋ, ਬਹੁ ਦਾ ਮਤਲਬ ਬੈਠੋ। ਅਸੀਂ ਬਹੁ ਦਾ ਮਤਲਬ ਬੈਠੋ, ਸੰਗ ਦਾ ਮਤਲਬ ਨਾਲ। ਕਾਮ ਕ੍ਰੋਧ ਸੰਗ ਕਬਹੂ ਨਾ ਬਹੋ, ਕਦੇ ਵੀ ਕਾਮ ਕ੍ਰੋਧ ਦੇ ਨਾਲ ਬੈਠ ਉੱਠ ਨਾ ਰੱਖੋ, ਕਾਮ ਕ੍ਰੋਧ ਦੇ ਨਾਲ ਨਾ ਜੁੜੋ, ਕਾਮ ਕ੍ਰੋਧ ਵਾਲੀ ਜ਼ਿੰਦਗੀ ਨਾ ਬਿਤਾਓ। ਪਰਤਰੇ ਪਰਤਨ ਰੂਪ ਨੂੰ ਕਾਮਪੁਰ ਲਲਚਾਈਆਂ ਨਜ਼ਰਾਂ ਨਾਲ ਨਾ ਤੱਕੋ, ਕ੍ਰੋਧ ਦੀ ਗਲਤ ਵਰਤੋਂ ਨਾ ਕਰੋ। ਐਵੇਂ ਹੀ ਨਿੱਕੀ ਨਿੱਕੀ ਗੱਲ ਤੋਂ ਕ੍ਰੋਧ ਕਰ ਕਰਕੇ ਵੱਡੇ ਵੱਡੇ ਰਿਸ਼ਤਿਆਂ ਨੂੰ ਨਾ ਗਵਾਓ, ਪਰੇਸ਼ਾਨ ਨਾ ਹੋਵੋ। ਕਿਉਂਕਿ ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜਿਉਂ ਕੰਚਨ ਸੁਹਾਗਾ ਢਾਲੇ। ਦੋਵੇਂ ਵਿਕਾਰ ਜ਼ਿੰਦਗੀ ਦੇ ਅੰਦਰ ਮਨ ਪੈਦਾ ਕਰਦੇ ਨੇ। ਤਾਂ ਚੌਥੀ ਥਿੱਤ ਤੁਹਾਡੀ ਤਾਂ ਸਫਲੀ ਹੈ ਜੇ ਤੁਸੀਂ ਕਾਮ ਕ੍ਰੋਧ ਦੀ ਸੰਗਤ ਛੱਡੋ, ਇਹਨਾਂ ਵਿਸ਼ੇ ਵਿਕਾਰਾਂ ਵੱਲ ਦੌੜਦੇ ਹੋਏ ਮਨ ਨੂੰ ਕੰਟਰੋਲ ਕਰੋ। ਜਲ ਥਲ ਮਾਹੇ ਆਪੇ ਆਪ। ਤੇ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ ਉਹ ਪ੍ਰਭੂ ਜਿਹੜਾ ਹੈ ਜਲ ਵਿੱਚ ਵੀ, ਥਲ ਵਿੱਚ ਵੀ। ਥਲ ਦਾ ਮਤਲਬ ਧਰਤੀ ਆਦਿਕ, ਆਪੇ ਆਪ ਦਾ ਮਤਲਬ ਆਪ ਹੀ ਆਪ ਵਿਆਪਕ ਹੈ। ਇਹ ਚੀਜ਼ ਨੂੰ ਸਮਝੋ। ਚੌਥੀ ਥਿੱਤ ਨੂੰ ਖੀਰਾਂ ਵਗੈਰਾ ਬਣਾ ਕੇ ਖਾਣ ਦੀ ਬਜਾਏ, ਮਤਲਬ ਕਿਸੇ ਵਹਿਮ ਵਿੱਚ ਪੈਣ ਦੀ ਬਜਾਏ, ਸਗੋਂ ਜਲ ਥਲ ਮਾਹੇ ਆਪੇ ਆਪ ਹੀ ਸਮਝੋ ਕਿ ਪ੍ਰਭੂ ਜਲਾਂ ਥਲਾਂ ਦੇ ਅੰਦਰ, ਹਰ ਥਾਂ ਦੇ ਅੰਦਰ ਆਪ ਹੀ ਸਮਾਇਆ ਹੋਇਆ ਹੈ। ਆਪੇ ਜਪੋ, ਆਪੇ ਜਪੋ, ਆਪਣਾ ਜਾਪ। ਆਪੇ ਦਾ ਮਤਲਬ ਆਪ ਵਿੱਚ, ਉਹਦੀ ਜੋਤ ਵਿੱਚ। ਜਪੋ ਦਾ ਮਤਲਬ ਜਾਣੋ। ਆਪਣਾ ਜਾਪ, ਆਪਣਾ ਜਾਪ ਦਾ ਮਤਲਬ ਉਹ ਜਾਪ ਜਿਹੜਾ ਤੁਹਾਡੇ ਕੰਮ ਆਵੇ, ਆਪਣਾ ਜਿਹੜਾ ਤੁਹਾਡਾ ਆਪਣਾ ਹੋਵੇ। ਹੁਣ ਤੁਹਾਡੇ ਆਪਣੇ ਕੰਮ ਕਿਹੜੀ ਆਏਗੀ ਚੀਜ਼ ਜਿਹੜੀ ਤੁਹਾਡੀ ਆਪਣੀ ਹੈ ਨਾ? ਤੇ ਤੁਹਾਡੇ ਆਪਣੇ ਕੰਮ, ਆਤਮਿਕ ਜੀਵਨ ਦੇ ਕੰਮ ਕਿਹੜੇ ਕੰਮ ਆ ਸਕਦੇ ਨੇ? ਕਿ ਲੋਭ ਮੋਹ ਹੰਕਾਰ ਨਾ, ਸਤ ਸੰਤੋਖ ਦਇਆ, ਇਹ ਤੁਹਾਡੇ ਅਸਲੀ ਮਿੱਤਰ ਨੇ
ਇਹ ਤੁਹਾਨੂੰ ਅਸਲੀ ਸੁਖ ਸ਼ਾਂਤੀ ਦੇ ਸਕਦੇ ਨੇ। ਤਾਂ ਗੁਰੂ ਜੀ ਕਹਿੰਦੇ ਨੇ ਉਸ ਦੀ ਜੋਤ ਵਿੱਚ ਜੁੜ ਕੇ ਉਹ ਕੰਮ ਕਰੋ ਜੋ ਤੁਹਾਡੇ ਆਪਣੇ ਕੰਮ ਆਉਣ ਵਾਲਾ ਹੈ। ਜਾਪ ਦਾ ਮਤਲਬ ਸਿਫਤ ਸਲਾਹ ਕਰੋ। ਤਾਂ ਉਸ ਪ੍ਰਭੂ ਦੀ ਸਿਫਤ ਸਲਾਹ ਕਰੋ ਜੋ ਤੁਹਾਡੇ ਕੰਮ ਆਉਣ ਵਾਲਾ ਹੈ। ਆਪੇ ਜਪੋ, ਆਪੇ ਦਾ ਮਤਲਬ ਆਪ ਵਿੱਚ, ਉਹਦੀ ਜੋਤ ਵਿੱਚ। ਜਪੋ ਦਾ ਮਤਲਬ ਹੁੰਦਾ ਹੈ ਜਾਣਨਾ, ਸਾਂਝ ਪਾਣਾ। ਉਹਦੀ ਜੋਤ ਵਿੱਚ ਉਹਦੇ ਗੁਣਾਂ ਦੇ ਨਾਲ ਸਾਂਝ ਪਾਓ, ਇੰਪਲੀਮੈਂਟ ਕਰੋ। ਆਪਣਾ ਜਾਪ ਦਾ ਮਤਲਬ ਉਹ ਗੁਣ ਜੋ ਤੁਹਾਡੇ ਕੰਮ ਆਉਣ, ਤੁਹਾਡੇ ਆਪਣੇ ਕੰਮ ਆਉਣ ਵਾਲੇ ਨੇ, ਉਸ ਪ੍ਰਭੂ ਦੇ ਗੁਣਾਂ ਨੂੰ ਗਾਓ। ਪਾਂਚੈ ਪੰਚ ਤਤ ਵਿਸਥਾਰ। ਪਾਂਚੈ ਦਾ ਮਤਲਬ ਪੰਜਵੀਂ ਥਿਤ। ਪੰਜਵੀਂ ਥਿਤ, ਤਾਂ ਪੰਜਵੀਂ ਥਿਤ ਨੂੰ ਅਸਾਂ ਕੀ ਰੱਖਣਾ ਹੈ? ਵਿਸਥਾਰ ਦਾ ਮਤਲਬ ਖਿਲਾਰਾ। ਹੁਣ ਪੰਚਮੀ ਵਾਲੇ ਦਿਨ ਵੀ ਲੋਕ ਆਪੋ ਆਪਣੇ ਹਿਸਾਬ ਦੇ ਨਾਲ ਕਈ ਸਾਰੇ ਕਰਮ ਕਾਂਡ ਕਰਦੇ ਨੇ, ਆਪੋ ਆਪਣੇ ਵਿਚਾਰ ਲੋਕਾਂ ਦੇ ਜੁੜੇ ਹੋਏ ਨੇ। ਤਾਂ ਪੰਚਮੀ ਜੋ ਪੰਜਵੀਂ ਥਿਤ ਹੈ, ਮੱਸਿਆ ਤੋਂ ਪੰਜਵਾਂ ਜਿਹੜਾ ਦਿਨ ਹੈ, ਇਹਦੇ ਵਿੱਚ ਅਸੀਂ ਕੀ ਰੱਖਣਾ ਹੈ, ਕੀ ਵੇਖਣਾ ਹੈ? ਗੁਰੂ ਜੀ ਕਹਿੰਦੇ ਨੇ ਇਹ ਜਗਤ ਪੰਜਾਂ ਤੱਤਾਂ ਤੋਂ ਇੱਕ ਖੇਲ ਬਣਿਆ ਹੋਇਆ ਹੈ। ਇਹ ਚੀਜ਼ ਸਮਝੋ ਕਿ ਇਹ ਜਿਹੜਾ ਸੰਸਾਰ ਹੈ, ਇਹ ਪੰਜਾਂ ਤੱਤਾਂ ਦਾ ਇੱਕ ਵਿਸਥਾਰ ਹੈ, ਖੇਲ ਹੈ। ਕਨਿਕ ਕਾਮਨੀ ਜੁਗ ਵਿਵਹਾਰ। ਕਨਿਕ ਦਾ ਮਤਲਬ ਸੋਨਾ, ਧਨ, ਪ੍ਰੋਪਰਟੀ। ਕਾਮਨੀ ਦਾ ਮਤਲਬ ਇਸਤਰੀ। ਜੁਗ ਦਾ ਮਤਲਬ ਦੋਹਾਂ ਵਿੱਚ। ਵਿਵਹਾਰ ਦਾ ਮਤਲਬ ਵਿਵਹਾਰ, ਜੋ 4 ਦਿਨ ਵਿੱਚ ਖਤਮ ਹੋ ਜਾਂਦਾ ਹੈ। ਪਰ ਇਹ ਗੱਲ ਵਿਸਾਰ ਕੇ ਇਹ ਜੀਵ ਧਨ ਔਰ ਇਸਤਰੀ ਦੋਹਾਂ ਦੇ ਰੁਝੇਵੇਂ ਦੇ ਵਿੱਚ ਮਸਤ ਰਹਿੰਦਾ ਹੈ। ਇਹਦਾ ਮਤਲਬ ਇਹ ਨਹੀਂ ਕਿ ਧਨ ਔਰ ਇਸਤਰੀ ਨੂੰ ਛੱਡਣਾ। ਇੱਥੇ ਹੈ ਕਿ ਪ੍ਰੋਪਰਟੀ ਇਕੱਠੀ ਕਰਨੀ, ਯਾਨੀ ਤ੍ਰਿਸ਼ਨਾ। ਕਨਿਕ ਦਾ ਮਤਲਬ ਸੋਨਾ, ਪਦਾਰਥ ਆਦਿ ਇਕੱਠੇ ਕਰਨੇ, ਇੱਥੇ ਇਹਦਾ ਭਾਵ ਲੈਣਾ ਹੈ ਤ੍ਰਿਸ਼ਨਾ। ਤੇ ਕਾਮਨੀ ਦਾ ਮਤਲਬ ਇਸਤਰੀ, ਯਾਨੀ ਕਾਮ ਵਾਸਨਾਵਾਂ। ਤਾਂ ਗੁਰੂ ਜੀ ਕਹਿੰਦੇ ਨੇ ਪਾਂਚੈ ਪੰਚ ਤਤ ਵਿਸਥਾਰ। ਇਹ ਜਿਹੜਾ ਪੰਜਾਂ ਤੱਤਾਂ ਦਾ ਵਿਸਥਾਰਾ ਹੈ ਸੰਸਾਰ, ਇਹ 4 ਦਿਨ ਦਾ ਖੇਲ ਹੈ। 4 ਦਿਨ ਵਿੱਚ ਇਹਨੇ ਖਤਮ ਹੋ ਜਾਣਾ ਹੈ ਸਰੀਰ ਨੇ, ਕੁਛ ਦਿਨ ਬਾਅਦ ਇਹਨੇ ਨਹੀਂ ਰਹਿਣਾ। ਪਰ ਚੰਦ ਦਿਨ ਦੇ ਜੀਵਨ ਵਿੱਚ ਇਹ ਰੱਬੀ ਗੁਣਾਂ ਨੂੰ ਵਿਸਾਰ ਕੇ ਬੰਦਾ ਸਿਰਫ ਲਾਲਚ ਔਰ ਕਾਮੁਕ ਵਾਸਨਾਵਾਂ ਦੇ ਅੰਦਰ ਫਸਿਆ ਰਹਿੰਦਾ ਹੈ, ਮਸਤ ਰਹਿੰਦਾ ਹੈ, ਤੇ ਉੱਚੇ ਸੁੱਚੀ ਸੋਚ ਨੂੰ ਵਿਸਾਰ ਦਿੰਦਾ ਹੈ। ਪ੍ਰੇਮ ਸੁਧਾ ਰਸ ਪੀਵੇ ਕੋਈ। ਸੁਧਾ ਦਾ ਮਤਲਬ ਅੰਮ੍ਰਿਤ, ਕੋਈ ਦਾ ਮਤਲਬ ਕੋਈ, ਪੀਵੇ ਦਾ ਮਤਲਬ ਪੀਂਦਾ ਹੈ। ਇੱਥੇ ਕੋਈ ਵਿਰਲਾ ਮਨੁੱਖ ਹੈ ਜੋ ਪ੍ਰਭੂ ਦੇ ਅੰਮ੍ਰਿਤ ਦੇ ਰਸ ਨੂੰ ਪੀਂਦਾ ਹੈ, ਪ੍ਰੇਮ ਦੇ ਰਸ ਨੂੰ ਪੀਂਦਾ ਹੈ। ਯਾਨੀ ਪੰਜਵੀਂ ਥਿਤ ਵਿੱਚ ਪੰਚਮੀ ਵਾਲੇ ਦਿਨ ਸਾਨੂੰ ਦੱਸ ਰਹੇ ਨੇ ਕਿ ਕਾਮ ਕ੍ਰੋਧ ਆਦਿਕ ਨੂੰ, ਕਾਮ ਵਾਸਨਾਵਾਂ ਦੇ ਵਸ ਵਿੱਚ ਨਾ ਪੈ ਕੇ ਸਗੋਂ ਪ੍ਰੇਮ ਦੇ ਰਸ ਨੂੰ ਪੀਵੋ। ਕੋਈ ਵਿਰਲਾ ਹੈ ਜਿਹੜਾ ਪ੍ਰਭੂ ਦੇ ਪ੍ਰੇਮ ਰਸ ਨੂੰ ਪੀਂਦਾ ਹੈ। ਹੁਣ ਪ੍ਰੇਮ ਰਸ ਨੂੰ ਪੀਣ ਦਾ ਮੀਨਿੰਗ ਕੀ ਹੈ? ਦੇਖੋ, ਪ੍ਰੇਮ ਦਾ ਰਸ ਕਿਹਨੂੰ ਆਏਗਾ? ਪ੍ਰੇਮ ਦਾ ਰਸ ਉਸ ਨੂੰ ਆਏਗਾ ਜੋ ਬੰਦਾ ਪ੍ਰੇਮ ਕਰੇਗਾ। ਹੁਣ ਦਾਲ ਦਾ ਰਸ ਉਸ ਨੂੰ ਆਏਗਾ ਜੋ ਦਾਲ ਖਾਏਗਾ। ਜਲੇਬੀਆਂ ਦਾ ਰਸ ਉਸ ਨੂੰ ਆਏਗਾ ਜੋ ਜਲੇਬੀਆਂ ਖਾਏਗਾ। ਆਲੂ ਗੋਭੀ ਦਾ ਰਸ ਉਹਨੂੰ ਆਏਗਾ ਜੋ ਆਲੂ ਗੋਭੀ ਖਾਏਗਾ। ਜਿਹੜੀ ਚੀਜ਼ ਨੂੰ ਚਖੇਗਾ, ਖਾਏਗਾ, ਉਸੇ ਨੂੰ ਰਸ ਆਏਗਾ ਨਾ। ਇਸੇ ਤਰ੍ਹਾਂ ਪ੍ਰੇਮ ਦਾ ਰਸ ਕਿਹਨੂੰ ਆਏਗਾ? ਜੋ ਪ੍ਰੇਮ ਕਰੇਗਾ। ਉਹਦੇ ਅੰਦਰ ਪ੍ਰੇਮ ਦਾ ਰਸ ਪੈਦਾ ਹੋਏਗਾ, ਪ੍ਰੇਮ ਦੇ ਨਾਲ ਜਿਹੜੀ ਖੁਸ਼ੀ ਪੈਦਾ ਹੁੰਦੀ ਹੈ, ਪੈਦਾ ਹੋਏਗੀ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਪ੍ਰੇਮ ਦਾ ਰਸ ਜਿਹੜਾ ਚਖਦਾ ਹੈ, ਜਰਾ ਮਰਨ ਦੁੱਖ ਫੇਰ ਨਾ ਹੋਏ। ਜਰਾ ਮਰਨ, ਮਰਨ ਦਾ ਮਤਲਬ ਮੌਤ, ਜਰਾ ਦਾ ਮਤਲਬ ਬੁਢੇਪਾ। ਜੋ ਇਸ ਪ੍ਰੇਮ ਰਸ ਨੂੰ ਪੀਂਦਾ ਹੈ ਉਹਨੂੰ ਬੁਢੇਪੇ ਦਾ ਔਰ ਮੌਤ ਦਾ ਸਹਿਮ ਫਿਰ ਕਦੇ ਨਹੀਂ ਵਿਆਪਦਾ। ਮੌਤ ਔਰ ਬੁਢੇਪੇ ਦਾ ਸਹਿਮ ਨਹੀਂ ਵਿਆਪਦਾ। ਹੁਣ ਇਹ ਚੀਜ਼ ਸਮਝਣ ਵਾਲੀ, ਇਹ 3 ਚੀਜ਼ਾਂ ਸਾਡੇ ਕੋਲ ਆ ਗਈਆਂ। ਇੱਕ ਪ੍ਰੇਮ, ਇੱਕ ਜਰਾ ਔਰ ਮਰਨ, ਯਾਨੀ ਮੌਤ ਔਰ ਬੁਢੇਪਾ। ਪ੍ਰੇਮ ਬਾਰੇ ਆਪਾਂ ਪਹਿਲਾਂ ਕਈ ਵਾਰ ਵਿਚਾਰ ਕਰ ਚੁੱਕੇ ਹਾਂ ਕਿ ਪ੍ਰੇਮ ਦੀ ਜੋ ਡੈਫੀਨੇਸ਼ਨ ਹੈ, ਨਿਸਵਾਰਥ ਔਰ ਸ਼ੁਭ ਭਾਵਨਾਵਾਂ ਦੇ ਨਾਲ ਕੀਤੇ ਗਏ ਆਤਮ ਸਮਰਪਣ ਦਾ ਨਾਮ ਪ੍ਰੇਮ ਹੈ। ਪ੍ਰੇਮ ਦੀ ਪਹਿਲੀ ਸ਼ਰਤ ਹੈ ਕਿ ਪ੍ਰੇਮ ਵਿੱਚ ਈਗੋ ਨਹੀਂ ਹੁੰਦੀ। ਜਿੱਥੇ ਈਗੋ ਖਤਮ ਹੋ ਜਾਂਦੀ ਹੈ, ਉੱਥੋਂ ਪ੍ਰੇਮ ਦੀ ਯਾਤਰਾ ਸ਼ੁਰੂ ਹੁੰਦੀ ਹੈ। ਤਾਂ ਰੱਬ ਦੇ ਨਾਲੋਂ ਆਪਣੀ ਵਿੱਥ ਨੂੰ ਮਿਟਾ ਦੇਣਾ,
ਆਪਣੀ ਸੋਚ ਨੂੰ ਖਤਮ ਕਰਕੇ ਰੱਬ ਦੀ ਸੋਚ ਨੂੰ ਜਿਹੜਾ ਅਪਣਾ ਲੈਂਦਾ ਹੈ, ਉਹਦਾ ਰੱਬ ਦੇ ਨਾਲ ਪ੍ਰੇਮ ਸ਼ੁਰੂ ਹੋ ਗਿਆ। ਪ੍ਰੇਮ ਦੀ ਦੂਜੀ ਸ਼ਰਤ ਹੈ ਕਿ ਲਾਲਚ ਨਹੀਂ ਹੈ। ਸਾਡਾ ਜਿਹੜਾ ਆਪਸੀ ਪ੍ਰੇਮ ਹੈ ਨਾ, ਇਹਦੇ ਵਿੱਚ ਵੀ ਈਗੋ ਨਹੀਂ ਹੋਣੀ ਚਾਹੀਦੀ। ਜੇ ਈਗੋ ਹੈ ਤੇ ਪ੍ਰੇਮ ਝੂਠਾ ਹੈ। ਪ੍ਰੇਮ ਦੀ ਦੂਜੀ ਸ਼ਰਤ ਹੈ ਕਿ ਲਾਲਚ ਨਹੀਂ ਹੈ, ਕੋਈ ਵੀ ਨਿਸਵਾਰਥ ਹੈ। ਪ੍ਰੇਮ ਦੀ ਤੀਜੀ ਸ਼ਰਤ ਹੈ ਤਿਆਗ। ਗਲੀਏ ਚਿੱਕੜ ਦੂਰ ਕਰ ਨਾਲ ਪਿਆਰੇ ਨਹੀਂ, ਆਪਾਂ ਇਹ ਪਹਿਲਾਂ ਵਿਚਾਰ ਕਰ ਚੁੱਕੇ ਹਾਂ। ਜਿਵੇਂ ਮੀਰ ਮੰਨੂ ਦੇ ਜੇਲ੍ਹ ਵਿੱਚ ਨੌਜਵਾਨ ਧੀਆਂ ਭੈਣਾਂ ਨੇ, ਉਹਨਾਂ ਨੂੰ ਕਿੰਨਾ ਕਸ਼ਟ ਦਿੱਤਾ ਜਾ ਰਿਹਾ ਹੈ। ਅੱਲਾ ਵਰਸੋ ਮਹਿ ਸਿਚੁਏਸ਼ਨ ਕਿੰਨੀ ਭਿਆਨਕ ਹੈ। ਲਾਲਚ ਦਿੱਤੇ ਜਾ ਰਹੇ ਨੇ, ਡਰਾਬੇ ਦਿੱਤੇ ਜਾ ਰਹੇ ਨੇ, ਔਰ ਆਖਿਰ ਉਹਨਾਂ ਦੇ ਬੱਚਿਆਂ ਦੇ ਟੁਕੜੇ ਟੁਕੜੇ ਕਰਕੇ ਗਲਿਆਂ 'ਚ ਹਾਰ ਬਣਾ ਦਿੱਤੇ ਨੇ, ਪਰ ਉਹਨਾਂ ਨੇ ਸੱਚ ਦਾ ਤਿਆਗ ਨਹੀਂ ਕੀਤਾ। ਪ੍ਰੇਮ ਦੀ ਤੀਜੀ ਸ਼ਰਤ ਹੈ ਤਿਆਗ। ਕਿੰਨਾ ਕੁ ਤਿਆਗ ਬੰਦਾ ਕਰ ਸਕਦਾ ਹੈ, ਤੇ ਜਿਹੜਾ ਤਿਆਗ ਹੀ ਨਹੀਂ ਕਰ ਸਕਦਾ ਉਹ ਜ਼ਿੰਦਗੀ ਵਿੱਚ ਪ੍ਰੇਮ ਨਹੀਂ ਨਿਭਾ ਪਾਏਗਾ। ਤੇ ਤਿਆਗ ਦਾ ਮਤਲਬ ਸਿਰਫ ਕੇਵਲ ਇੰਨਾ ਹੀ ਨਹੀਂ ਕਿ ਬੱਚੇ ਹੀ ਮਰਵਾਣੇ, ਇਹ ਤਾਂ ਸ਼ਿਖਰ ਹੈ। ਲੇਕਿਨ ਨਿੱਕੀਆਂ ਨਿੱਕੀਆਂ ਗੱਲਾਂ ਨੇ। ਅਸੀਂ ਕਿਸੇ ਵਾਸਤੇ 10-20 ਪਾਉਂਡ ਦਾ ਤਿਆਗ ਨਹੀਂ ਕਰ ਸਕਦੇ। ਅਸੀਂ ਕਿਸੇ ਵਾਸਤੇ ਆਪਣੇ 2-4 ਮਿੰਟ ਦਾ ਤਿਆਗ ਨਹੀਂ ਕਰ ਸਕਦੇ। ਕਿਸੇ ਨੂੰ ਮਿਲਣਾ ਹੋਵੇ ਤਾਂ ਤਿਆਗ ਹੈ ਨਾ, ਆਪਣਾ ਆਪਾ ਛੱਡਣਾ। ਤੇ ਪ੍ਰੇਮ ਦੀ ਚੌਥੀ ਸ਼ਰਤ ਹੈ ਪਾਰਦਰਸ਼ੀ ਮਿਲਵਰਤਨ। ਲੁਕਾ ਛਿਪਾ ਕੋਈ ਨਹੀਂ। ਤੇ ਜਿਹੜਾ ਪ੍ਰੇਮ ਕਰੇਗਾ ਐਸ਼ ਢੰਗ ਨਾਲ, ਉਹ ਇਸ ਆਨੰਦ ਨੂੰ ਮਾਣੇਗਾ। ਜਿਸ ਦੀ ਜ਼ਿੰਦਗੀ ਵਿੱਚ ਪ੍ਰੇਮ ਪੈਦਾ ਹੋ ਗਿਆ, ਉਹਦੇ ਅੰਦਰ ਨਾ ਫਿਰ ਮੌਤ ਆਏਗੀ, ਨਾ ਬੁਢੇਪਾ ਆਏਗਾ। ਮੌਤ ਦੀਆਂ ਔਰ ਬੁਢੇਪੇ ਦੀਆਂ ਕੁਝ ਨਿਸ਼ਾਨੀਆਂ ਨੇ। ਇੱਥੇ ਸਰੀਰਕ ਮੌਤ ਬੁਢੇਪੇ ਦੀ ਗੱਲ ਨਹੀਂ ਮੈਂ ਕਰਦਾ। ਆਤਮਕ ਮੌਤ, ਆਤਮਕ ਬੁਢੇਪਾ। ਸਰੀਰਕ ਬੁਢੇਪਾ ਜਦੋਂ ਆਉਂਦਾ ਹੈ ਤਾਂ ਬੰਦੇ ਤੋਂ ਤੁਰਿਆ ਨਹੀਂ ਜਾਂਦਾ। ਗੋਡੇ ਰਹਿ ਜਾਂਦੇ ਨੇ, ਪੈਰ ਰਹਿ ਜਾਂਦੇ ਨੇ। ਹੱਥਾਂ ਨਾਲ ਜਵਾਨੀ ਜਿੰਨਾ ਕੰਮ ਨਹੀਂ ਕਰ ਸਕਦਾ। ਅੱਖਾਂ ਨਾਲ ਜਵਾਨ ਉਮਰ ਵਿੱਚ ਜਿੰਨਾ ਦਿਸਦਾ ਨਹੀਂ। ਜ਼ਬਾਨ ਬੋਲਣੋਂ ਰਹਿ ਜਾਂਦੀ ਹੈ, ਥਿੜਕਣ ਲੱਗ ਜਾਂਦੀ ਹੈ। ਕੰਨ ਪੂਰਾ ਸੁਣਦੇ ਨਹੀਂ, ਔਰ ਕਈ ਵਾਰ ਬੰਦੇ ਦੀ ਯਾਦਦਾਸ਼ਤ ਵੀ ਕਮਜ਼ੋਰ ਹੋ ਜਾਂਦੀ ਹੈ, ਸੋਚ ਵੀ ਰਹਿ ਜਾਂਦੀ। ਇਹ ਬੁਢੇਪੇ ਦੀਆਂ ਨਿਸ਼ਾਨੀਆਂ ਨੇ। ਤਾਂ ਹੁਣ ਕਈ ਲੋਕ ਜਿਹੜੇ ਨੇ ਨਾ, ਉਹ ਜਵਾਨੀ ਤੋਂ, ਬਚਪਨ ਤੋਂ ਸਿੱਧੇ ਬੁੱਢੇ ਹੋ ਜਾਂਦੇ ਨੇ। ਉਹਨਾਂ ਤੇ ਜਵਾਨੀ ਆਉਂਦੀ ਹੀ ਨਹੀਂ। 18-18, 20-20 ਸਾਲ ਦੇ, 25, 30, 35 ਸਾਲ ਦੇ ਬੁੱਢੇ ਇਸ ਦੁਨੀਆ ਵਿੱਚ ਤੁਰਦੇ ਫਿਰਦੇ ਤੁਹਾਨੂੰ ਮਿਲ ਜਾਣਗੇ। ਕਿਵੇਂ? ਅਸਾਂ ਸੋਚਣਾ ਕਿ ਅਸੀਂ ਖੁਦ ਵੀ ਤੇ ਬੁੱਢੇ ਨਹੀਂ ਹੋ ਗਏ। ਇੱਥੇ ਉਮਰ ਦੀ ਗੱਲ ਨਹੀਂ, ਬੁਢੇਪੇ ਵਿੱਚ ਦਿਸਦਾ ਨਹੀਂ। ਤੇ ਜੇ ਸਾਨੂੰ ਇੱਕ ਦੂਜੇ ਵਿੱਚ ਰੱਬ ਦੀ ਜੋਤ ਨਹੀਂ ਦਿਸਦੀ ਪਈ, ਜਾਤਾਂ ਦਿਸ ਰਹੀਆਂ ਨੇ, ਤਾਂ ਇਹਦਾ ਮਤਲਬ ਅੱਖਾਂ ਵਿੱਚ ਬੁਢੇਪਾ ਆ ਗਿਆ ਹੈ। ਜੋਤ ਨਹੀਂ ਦਿਸ ਰਹੀ। ਹਰ ਧੀ ਭੈਣ ਆਪਣੀ ਧੀ ਭੈਣ ਦੇ ਰੂਪ ਵਿੱਚ ਨਹੀਂ ਦਿਸ ਰਹੀ, ਬਦਲਵੇਂ ਰੂਪ ਵਿੱਚ। ਤਾਂ ਅੱਖਾਂ ਬੁੱਢੀਆਂ ਨੇ। ਕੰਨਾਂ ਨਾਲ ਅਸੀਂ ਸੱਚ ਨਹੀਂ ਸੁਣਦੇ, ਨਿੰਦਾ ਚੁਗਲੀ ਸੁਣਦੇ ਹਾਂ, ਤਾਂ ਕੰਨਾਂ ਵਿੱਚ ਬੁਢੇਪਾ ਆ ਗਿਆ ਹੈ। ਜ਼ਬਾਨ ਨਾਲ ਅਸੀਂ ਸੱਚੇ ਮਿੱਠੇ ਪਿਆਰੇ ਬੋਲ ਨਹੀਂ ਬੋਲਦੇ, ਤਾਂ ਜ਼ਬਾਨ ਬੁੱਢੀ ਹੋ ਗਈ ਹੈ। ਜ਼ਬਾਨ ਵਿੱਚ ਬੁਢੇਪਾ ਆ ਚੁੱਕਾ ਹੈ। ਹੱਥਾਂ ਨਾਲ ਜੇ ਅਸੀਂ ਇਮਾਨਦਾਰੀ ਦੀ ਕਿਰਤ ਨਹੀਂ ਕਰਦੇ, ਔਰ ਸਮਰੱਥਾ ਹੁੰਦਿਆਂ ਵੀ ਜੇ ਅਸੀਂ ਕਿਸੇ ਦੀ ਹੈਲਪ ਆਦਿਕ ਨਹੀਂ ਕਰਦੇ, ਤਾਂ ਸਮਝ ਲਓ ਹੱਥ ਬੁੱਢੇ ਹੋ ਗਏ ਨੇ। ਪੈਰਾਂ ਦੇ ਨਾਲ ਚੱਲ ਕੇ ਜੇ ਅਸੀਂ ਸ਼ਰਾਬ ਦੇ ਠੇਕਿਆਂ ਵੱਲ, ਨਸ਼ਿਆਂ ਵੱਲ, ਵਿਕਾਰਾਂ ਵੱਲ, ਬਾਬਿਆਂ ਵੱਲ ਦੌੜ ਰਹੇ ਹਾਂ, ਕਿਰਤ ਵੱਲ ਜਾਂ ਗੁਰੂ ਘਰ ਨਹੀਂ ਜਾਂਦੇ, ਤਾਂ ਸਮਝੋ ਪੈਰ ਬੁੱਢੇ ਹੋ ਗਏ ਨੇ। ਜਿਸ ਅੰਦਰ ਸੱਚੀ ਸੋਚ ਨਹੀਂ ਹੈ, ਤਾਂ ਅੰਦਰ ਬੁਢੇਪਾ ਆ ਗਿਆ ਹੈ। ਤਾਂ ਗੁਰੂ ਜੀ ਕਹਿੰਦੇ ਨੇ, ਜੋ ਰੱਬੀ ਪ੍ਰੇਮ ਦਾ ਰਸ ਮਾਣਦਾ, ਉਹਦੇ ਅੰਦਰ ਇਹ ਆਤਮਿਕ ਬੁਢੇਪਾ ਨਹੀਂ ਹੁੰਦਾ। ਗੁਰਮੁਖ ਬੁੱਢੇ ਕਦੇ ਨਾਹੀਂ, ਜਿਨ੍ਹਾਂ ਅੰਤਰ ਸੁਰਤ ਗਿਆਨ। ਦੂਜੀ ਗੱਲ ਹੈ ਮੌਤ। ਮਰੇ ਬੰਦੇ ਦੀਆਂ ਕੀ ਨਿਸ਼ਾਨੀਆਂ ਹੁੰਦੀਆਂ ਨੇ? ਉਹ ਹੀ ਨਿਸ਼ਾਨੀਆਂ ਮਰੇ ਦੀਆਂ ਨੇ। ਮਰੇ ਨੂੰ ਦਿਸਦਾ ਹੀ ਨਹੀਂ, ਬਿਲਕੁਲ ਮਰੇ ਨੂੰ ਸੁਣਦਾ ਹੀ ਨਹੀਂ। ਮਰਾ ਕਿਸੇ ਦੇ ਦੁੱਖ ਸੁੱਖ ਨੂੰ ਜਾਣਦਾ ਹੀ ਨਹੀਂ। ਮਰਿਆ ਬੰਦਾ ਪਿਆ ਹੈ ਬਸ। ਗੁਆਂਢ ਵਿੱਚ ਕੀ ਹੋ ਰਿਹਾ ਹੈ, ਘਰਦਿਆਂ ਨੂੰ ਕੀ ਹੋ ਰਿਹਾ ਹੈ। ਪਹਿਲਾਂ ਕਿਸੇ ਬੱਚੇ ਨੂੰ ਮਾੜੀ ਜਿਹੀ ਠੰਡ ਵੀ ਲੱਗਦੀ ਸੀ ਤੇ ਡਾਕਟਰ ਕੋਲ ਲੈ ਭੱਜਦਾ ਸੀ, ਪਰ ਹੁਣ ਕੁਛ ਨਹੀਂ, ਉਹਨੂੰ ਕੋਈ ਫਰਕ ਨਹੀਂ, ਕਿਉਂਕਿ ਮਰ ਗਿਆ ਹੈ। ਤੇ ਮਰਿਆ ਬੰਦਾ ਜਿਹੜਾ ਹੈ ਨਾ, ਉਹ ਕਿਸੇ ਦੀਆਂ ਭਾਵਨਾਵਾਂ ਦੀ ਕਦਰ ਨਹੀਂ ਕਰੇਗਾ। ਤੇ ਅਸੀਂ ਜਿਉਂਦੇ ਹਾਂ, ਸਾਨੂੰ ਕਿਸੇ ਦੇ ਸੁੱਖ ਦੁੱਖ ਨਾਲ ਕੋਈ ਲੈਣ ਦੇਣ ਨਹੀਂ ਹੈ, ਤਾਂ ਮਰ ਚੁੱਕਾ ਹੈ ਨਾ ਬੰਦਾ। ਅੰਦਰੋਂ ਸ਼ੁਭ ਗੁਣ ਖਤਮ ਹੋ ਗਏ, ਜ਼ਮੀਰ ਮਰ ਗਈ ਤਾਂ ਮਰ ਗਿਆ। ਤਾਂ ਗੁਰੂ ਜੀ ਕਹਿੰਦੇ ਨੇ, ਜੋ ਰੱਬੀ ਪ੍ਰੇਮ ਦੇ ਰਸ ਨੂੰ ਪੀਵੇਗਾ, ਉਹਦੇ ਤੇ ਆਤਮਿਕ ਬੁਢੇਪਾ ਵੀ ਨਹੀਂ ਆਏਗਾ, ਆਤਮਿਕ ਮੌਤ ਵੀ ਨਹੀਂ ਆਏਗੀ। ਉਹਨੂੰ ਇਹ ਦੁੱਖ ਕਦੇ ਸਹੇੜਨੇ ਨਹੀਂ ਪੈਣਗੇ। ਤੇ ਜੋ ਬੁਢੇਪਾ ਉਮਰ ਦਾ ਹੈ ਔਰ ਸਰੀਰਕ ਮੌਤ ਹੈ, ਉਹਦਾ ਵੀ ਉਹਨੂੰ ਖਤਰਾ, ਡਰ ਨਹੀਂ ਰਹੇਗਾ। ਛੱਠ ਖੱਟ ਚੱਕਰ ਛਹੂ ਦਿਸ ਧਾਏ।
ਇਹ ਨਾ ਛੱਠ ਨੂੰ ਧਿਆਨ ਨਾਲ ਪੜਨਾ ਹੈ, ਨਹੀਂ ਤੇ ਆਮ ਕਰਕੇ ਨਾ ਛੱਠ ਖੱਟ ਬੋਲਿਆ ਜਾਂਦਾ, ਟੈਂਕਾ ਬੋਲ ਜਾਂਦਾ ਛੱਠ। ਛੱਠ ਨਹੀਂ ਬੋਲਣਾ, ਛੱਠ। ਇੱਥੇ ਛੱਠ ਦਾ ਮਤਲਬ ਹੈ ਛੇਵੀਂ ਥਿੱਤ। ਖੱਟ ਚੱਕਰ, ਖੱਟ ਚੱਕਰ ਦਾ ਮਤਲਬ 6 ਚੱਕਰ। ਇੱਥੇ 6 ਚੱਕਰ ਜਿਹੜੇ ਨੇ ਯੋਗੀਆਂ ਵਾਲੇ ਨਹੀਂ ਹੈ। ਇੱਥੇ 6 ਚੱਕਰ ਦਾ ਮਤਲਬ ਹੈ 5 ਗਿਆਨ ਇੰਦਰੇ ਔਰ 6ਵਾਂ ਮਨ। ਚਹੁੰ ਦਿਸਤਾਏ, ਚਹੁੰ ਦਿਸ ਦਾ ਮਤਲਬ 6 ਦਿਸ਼ਾਵਾਂ। 6 ਦਿਸ਼ਾਵਾਂ ਕਿਹੜੀਆਂ? ਪੂਰਬ, ਪੱਛਮ, ਉੱਤਰ, ਦੱਖਣ, ਉੱਤੇ ਔਰ ਥੱਲੇ, 4 ਚਫੇਰੇ, ਯਾਨੀ ਛੇਹੂ ਦਿਸ 6 ਦਿਸ਼ਾ, ਭਾਵ ਸਾਰੇ ਸੰਸਾਰ ਵਿੱਚ। ਧਾਏ ਦਾ ਮਤਲਬ ਭਟਕਦਾ ਹੈ। ਮਨੁੱਖ ਦੇ 5 ਗਿਆਨ ਇੰਦਰੇ, 6ਵਾਂ ਮਨ, ਇਹ ਸਾਰਾ ਸਾਥ ਸੰਸਾਰ ਦੇ ਪਦਾਰਥਾਂ ਦੀ ਲਾਲਚ ਦੇ ਅੰਦਰ ਭਟਕਦਾ ਹੈ, ਔਗੁਣਾਂ ਦੇ ਵਿੱਚ ਭਟਕ ਰਿਹਾ ਹੈ। ਮਨ ਵੀ ਭਟਕ ਰਿਹਾ ਹੈ, ਤਨ ਵੀ ਭਟਕ ਰਿਹਾ ਹੈ। ਇਹ ਬੰਦਾ ਮਨ ਕਰਕੇ ਵੀ ਦੁਖੀ ਹੈ, ਤਨ ਕਰਕੇ ਵੀ ਦੁਖੀ ਹੈ। 6 ਪਾਸੇ ਮਤਲਬ ਸਾਰੇ ਸੰਸਾਰ ਵਿੱਚ ਇਹ ਭਟਕਦਾ ਹੈ, ਮਨ ਕਰਕੇ, ਤਨ ਕਰਕੇ। ਕਾਦੇ ਵਾਸਤੇ? ਵਿਸ਼ੇ ਵਿਕਾਰਾਂ ਲਈ, ਸੰਸਾਰਿਕ ਪ੍ਰੋਪਰਟੀ ਵਾਸਤੇ ਭਟਕ ਰਿਹਾ ਹੈ। ਬਿਨ ਪਰਚੈ ਨਹੀਂ ਥਿਰਾ ਰਹਾ ਹੈ। ਬਿਨ ਪਰਚੈ ਦਾ ਮਤਲਬ, ਪਰਚੈ ਦਾ ਮਤਲਬ ਹੁੰਦਾ ਹੈ ਭਤੀਜਣਾ, ਜੁੜਨਾ। ਥਿਰਾ ਦਾ ਮਤਲਬ ਥਿਰ, ਟਿਕਾਵ। ਬਿਨ ਪਰਚੈ ਜਦ ਤੱਕ ਮਨੁੱਖ ਪ੍ਰਭੂ ਦੀ ਯਾਦ ਵਿੱਚ ਨਹੀਂ ਜੁੜਦਾ, ਤਦ ਤੱਕ ਇਹ ਸਾਰਾ ਸਾਥ ਭਟਕਦਾ ਰਹਿੰਦਾ ਹੈ, ਟਿਕਦਾ ਨਹੀਂ। ਜਦੋਂ ਤੱਕ ਇਹ ਰੱਬੀ ਯਾਦ ਵਿੱਚ ਨਹੀਂ ਜੁੜਦਾ, ਗੁਣਾਂ ਦੇ ਨਾਲ ਨਹੀਂ ਜੁੜਦਾ, ਜਾਂ ਆਪਣੀ ਜ਼ਿੰਦਗੀ ਦਾ ਕੋਈ ਉੱਚਾ ਗੋਲ ਨਹੀਂ ਬਣਾਉਂਦਾ, ਉਦੋਂ ਤੱਕ ਇਹ ਬੰਦਾ ਜਿਹੜਾ ਹੈ ਨਾ ਭਟਕਦਾ ਰਹੇਗਾ। ਇਹ ਸਾਰਾ ਸਾਥ, ਇਹਦੇ 5 ਗਿਆਨ ਇੰਦਰੇ ਵੀ, ਮਨ ਵੀ, ਤਨ ਵੀ, ਜੀਵਨ ਦੇ ਅੰਦਰ ਭਟਕਣਾ ਬਣੀ ਹੀ ਰਹੇਗੀ, ਜਦੋਂ ਤੱਕ ਇਹ ਆਪਣੇ ਅੰਦਰ ਪਰਚਾ ਨਹੀਂ ਪਾਉਂਦਾ। ਪਰਚਾ ਦਾ ਮਤਲਬ ਸਾਂਝ ਨਹੀਂ ਪਾਉਂਦਾ ਰੱਬੀ ਗੁਣਾਂ ਦੇ ਨਾਲ, ਜਦੋਂ ਤੱਕ ਇਹ ਨਿਰੋਲ ਸੱਚ ਦੇ ਨਾਲ ਨਹੀਂ ਜੁੜਦਾ। ਜਿਵੇਂ ਆਪਾਂ ਪਹਿਲਾਂ ਵੀ ਮੈਂ ਬੇਨਤੀ ਕੀਤੀ ਹੈ ਕਿ ਸਚਿਆਰ ਹੋਣ ਨੂੰ ਆਪਣਾ ਗੋਲ ਜਿਹਨੇ ਬਣਾ ਲਿਆ ਹੈ ਨਾ, ਉਹ ਫਿਰ ਭਟਕੇਗਾ ਨਹੀਂ, ਕਿਉਂਕਿ ਉਹਦਾ ਗੋਲ ਹੈ, ਉਹ ਆਪਣੇ ਗੋਲ ਵੱਲ, ਆਪਣੇ ਡੈਸਟੀਨੇਸ਼ਨ ਵੱਲ ਵਧ ਰਿਹਾ ਹੈ। ਇੱਕ ਬੰਦਾ ਜਾ ਰਿਹਾ ਹੈ ਸੜਕ ਦੇ ਉੱਤੇ ਤੁਰਿਆ, ਪਰ ਉਹਦਾ ਡੈਸਟੀਨੇਸ਼ਨ ਹੈ, ਉਹ ਆਪਣੇ ਡੈਸਟੀਨੇਸ਼ਨ ਵੱਲ ਵਧ ਰਿਹਾ ਹੈ। ਤੇ ਇੱਕ ਬੰਦਾ ਕਮਲਾ ਹੈ, ਵਿਚਾਰਾ ਪਾਗਲ, ਜਿਹਨੂੰ ਆਪਣਾ ਘਰ ਵੀ ਭੁੱਲ ਗਿਆ, ਤੇ ਉਹ ਸੜਕਾਂ ਦੇ ਉੱਤੇ ਤੁਰਿਆ ਤੇ ਫਿਰਦਾ ਹੈ, ਲੇਕਿਨ ਉਹਦਾ ਕੋਈ ਡੈਸਟੀਨੇਸ਼ਨ ਨਹੀਂ ਹੈ। ਜਿਹਦਾ ਕੋਈ ਡੈਸਟੀਨੇਸ਼ਨ ਨਹੀਂ ਤੇ ਉਹ ਤੁਰਿਆ ਫਿਰਦਾ ਹੈ, ਉਹਨੂੰ ਕਹਿੰਦੇ ਨੇ ਭਟਕਣਾ। ਤੇ ਜਿਹਦਾ ਕੋਈ ਡੈਸਟੀਨੇਸ਼ਨ ਹੈ, ਉਹ ਆਪਣੇ ਗੋਲ ਵੱਲ ਵਧ ਰਿਹਾ ਹੈ, ਉਹ ਭਟਕਿਆ ਹੋਇਆ ਨਹੀਂ ਹੈ। ਤਾਂ ਗੁਰੂ ਜੀ ਕਹਿੰਦੇ ਨੇ ਜਦੋਂ ਤੱਕ ਰੱਬੀ ਗੁਣਾਂ ਦੇ ਨਾਲ ਇਹ ਬੰਦਾ ਸਾਂਝ ਨਹੀਂ ਨਾ ਪਾਉਂਦਾ, ਉਦੋਂ ਤੱਕ ਇਹਦੇ ਮਨ ਦੇ ਅੰਦਰ ਭਟਕਾਵ ਬਣਿਆ ਰਹੇਗਾ, ਉਦੋਂ ਤੱਕ ਇਹਦਾ ਸਾਰਾ ਸਾਥ ਜਿਹੜਾ ਹੈ ਉਹ ਭਟਕਦਾ ਰਹੇਗਾ। ਦੁਬਧਾ ਮੇਟ ਖਿਮਾ ਗਹਿ ਰਹੋ। ਦੁਬਧਾ ਦਾ ਮਤਲਬ 2 ਵਿਦਾ, 2 ਵਿਦਾ, 2 ਚਿਤਾਪਨ, 2 ਤਰ੍ਹਾਂ ਦਾ ਜੀਵਨ, ਅੰਦਰੋਂ ਹੋਰ ਤੇ ਬਾਹਰੋਂ ਹੋਰ। ਜਿਵੇਂ ਕਈ ਵਾਰ ਅਸੀਂ ਨਾ ਦੁਬਧਾ ਵਿੱਚ ਪੈਂਦੇ ਆ, ਕਨਫਿਊਜ਼ ਹੁੰਦੇ ਆ, ਅੰਮ੍ਰਿਤ ਛਕੀਏ ਕਿ ਨਾ ਛਕੀਏ, ਸੱਚ ਬੋਲੀਏ ਕਿ ਨਾ ਬੋਲੀਏ, ਇਹ ਕੰਮ ਕਰੀਏ ਕਿ ਨਾ ਕਰੀਏ। ਇੱਕ ਤਾਂ ਇਹ 2 ਚਿਤਾਪਨ, ਤੇ ਦੂਜਾ 2 ਚਿਤਾਪਨ ਦੁਬਧਾ ਦਾ ਮਤਲਬ ਹੈ ਅੰਦਰੋਂ ਹੋਰ ਤੇ ਬਾਹਰੋਂ ਹੋਰ। ਬਾਹਰੋਂ ਧਾਰਮਿਕ ਪਹਿਨਾਵਾ ਤੇ ਅੰਦਰ ਦੀ ਸੋਚ ਬੜੀ ਖਤਰਨਾਕ। ਆਪਣਿਆਂ ਦੇ ਨਾਲ ਵਿਹਾਰ ਹੋਰ, ਬੇਗਾਨਿਆਂ ਦੇ ਨਾਲ ਵਿਹਾਰ ਹੋਰ। ਆਪਣੇ ਵਾਸਤੇ ਲੋਕਾਂ ਤੋਂ ਵਿਹਾਰ ਹੋਰ ਤਰ੍ਹਾਂ ਦਾ ਮੰਗਦਾ ਹੈ, ਦੂਜੇ ਲੋਕਾਂ ਨਾਲ ਵਿਹਾਰ ਦੂਜੀ ਤਰ੍ਹਾਂ ਦਾ ਕਰਦਾ ਹੈ। ਇਹਨੂੰ ਕਹਿੰਦੇ ਨੇ ਦੁਬਧਾ, ਮੇਰ ਤੇਰ ਦੇ ਵਿਤਕਰੇ। ਤਾਂ ਗੁਰੂ ਜੀ ਕਹਿੰਦੇ ਨੇ ਦੁਬਧਾ ਮੇਟ ਖਿਮਾ ਗਹਿ ਰਹੋ, ਭਟਕਣਾ ਮਿਟਾ ਕੇ। ਖਿਮਾ ਦਾ ਮਤਲਬ ਜਿਰਾਂਦ, ਧੀਰਜ ਵਿੱਚ ਰਹੋ, ਸਹਿਨਸ਼ੀਲਤਾ ਵਿੱਚ ਰਹੋ। ਆਪਣੀ ਭਟਕਣਾ ਖਤਮ ਕਰੋ ਔਰ ਆਪਣੀ ਜ਼ਿੰਦਗੀ ਦੇ ਅੰਦਰ ਸਹਿਨਸ਼ੀਲਤਾ ਪੈਦਾ ਕਰੋ। ਖਿਮਾ ਦਾ ਮਤਲਬ ਮੁਆਫ ਕਰਨਾ ਵੀ ਹੁੰਦਾ ਹੈ। ਸਹਿਨਸ਼ੀਲਤਾ ਤੇ ਮੁਆਫ ਉਹ ਹੀ ਕਰੇਗਾ ਜਿਸ ਦੇ ਅੰਦਰ ਸਹਿਨਸ਼ੀਲਤਾ ਹੈ। ਕੋਈ ਛੋਟੀ ਮੋਟੀ ਗੱਲ ਜੇ ਕੋਈ ਦੂਜਾ ਬੰਦਾ ਕਹਿ ਰਿਹਾ ਹੈ ਗਲਤ, ਤਾਂ ਉਹਨੂੰ ਖਿਮਾ ਉਹ ਹੀ ਕਰ ਪਾਏਗਾ ਜਿਸ ਦੇ ਅੰਦਰ ਸਹਿਨਸ਼ੀਲਤਾ ਹੈ। ਜੇ ਸਹਿਨਸ਼ੀਲਤਾ ਨਹੀਂ ਤਾਂ ਖਿਮਾ ਵੀ ਨਹੀਂ ਕਰ ਪਾਏਗਾ। ਇਸ ਲਈ ਗੁਰੂ ਜੀ ਕਹਿੰਦੇ ਨੇ ਦੁਬਧਾ ਨੂੰ ਛੱਡੋ, ਮੇਰ ਤੇਰ ਦੇ ਵਿਤਕਰਿਆਂ ਨੂੰ ਛੱਡੋ, ਆਪਣੀ ਜ਼ਿੰਦਗੀ ਦੇ ਅੰਦਰ ਖਿਮਾ ਦੇ ਗੁਣ ਦੇ ਧਾਰਨੀ ਬਣੋ। ਖਿਮਾ, ਜੇ ਕਿਸੇ ਨੇ ਕੋਈ ਗਲਤੀ ਕਰ ਲਈ ਹੈ ਨਾ,
ਤੇ ਜੇ ਉਹ ਗਲਤੀ ਦੀ ਮੁਆਫੀ ਮੰਗਦਾ ਹੈ ਤਾਂ ਉਹਨੂੰ ਮੁਆਫ ਕਰ ਦਿਓ। ਜੇ ਤੁਹਾਡੇ ਆਪਣੇ ਤੋਂ ਕੋਈ ਗਲਤੀ ਹੋਈ ਹੈ ਤਾਂ ਇਮਾਨਦਾਰੀ ਦੇ ਨਾਲ ਮੁਆਫੀ ਮੰਗ ਲਓ ਤੇ ਦੁਬਾਰਾ ਉਹ ਗਲਤੀ ਨਾ ਕਰੋ। ਤੀਜੀ ਗੱਲ, ਜੇ ਤੁਸੀਂ ਆਪ ਗਲਤ ਹੋ ਤੇ ਆਪਣੇ ਆਪ ਨੂੰ ਵੀ ਮੁਆਫ ਕਰੋ, ਆਪਣੇ ਵੀ ਉਸ ਪਛਤਾਵੇ ਨੂੰ ਛੱਡ ਕੇ ਆਪਣੀ ਜ਼ਿੰਦਗੀ ਨੂੰ ਠੀਕ ਰਾਹਾਂ ਦੇ ਉੱਤੇ ਤੋਰੋ, ਸਹਿਨਸ਼ੀਲਤਾ ਪੈਦਾ ਕਰੋ, ਤਾਂ ਇਹ 6ਵੀਂ ਥਿੱਤ ਜਿਹੜੀ ਹੈ ਸਫਲੀ ਹੋਏਗੀ। ਤੇ ਜੇ 6ਵੀਂ ਥਿੱਤ ਨੂੰ ਵੈਸੇ ਹੀ ਧੂਫਾਂ ਬੱਤੀਆਂ ਧਕਾਉਂਦੇ ਫਿਰੋਗੇ ਜਾਂ ਹੋਰ ਕਰਮ, ਤਾਂ ਫਿਰ 6ਵੀਂ ਥਿੱਤ ਕੁਛ ਨਹੀਂ ਸਵਾਰੇਗੀ। 6ਵੀਂ ਥਿੱਤ ਜਿਹੜੀ ਇਹ ਤਰੀਕ ਜਿਹੜੀ 6ਵੀਂ ਹੈ ਉਹ ਆਪਣੇ ਆਪ ਦੇ ਅੰਦਰ ਚੰਗੀ ਮਾੜੀ ਨਹੀਂ ਹੈ, ਸਾਡੀ ਸੋਚ ਉਹਨੂੰ ਚੰਗੀ ਮਾੜੀ ਬਣਾਏਗੀ। ਇਸ ਲਈ ਦੁਬਦਾ ਛੱਡੋ, ਮੇਰ ਤੇਰ ਛੱਡੋ। ਦੇਖੋ ਇਹ ਚੀਜ਼ਾਂ ਅਸੀਂ ਆਪਣੀ ਫੈਮਿਲੀ ਵਿੱਚ ਯੂਜ਼ ਕਰੀਏ, ਆਪਣੇ ਘਰ ਪਰਿਵਾਰ ਦੇ ਅੰਦਰ ਇਹਨਾਂ ਦੀ ਵਰਤੋਂ ਕਰੀਏ ਤਾਂ ਸਾਡਾ ਆਪਣਾ ਜੀਵਨ ਔਰ ਪਰਿਵਾਰਕ ਜੀਵਨ ਕਿੰਨਾ ਸੋਹਣਾ ਹੋ ਜਾਏਗਾ। ਪਰ ਇਹ ਚੀਜ਼ਾਂ ਦਿਲੋਂ ਹੋਣ, ਸਿਰਫ ਗੱਲਾਂ ਨਹੀਂ। ਕਰਮ ਧਰਮ ਕੀ ਸੂਲ ਨਾ ਸਹੋ। ਕਰਮ ਧਰਮ ਦਾ ਮਤਲਬ ਜਿਹੜੇ ਆ ਧਰਮ ਦੇ ਮਿੱਥੇ ਹੋਏ ਕਰਮ ਨੇ। ਸੂਲ ਦਾ ਮਤਲਬ ਪੀੜਾ। ਜੇ ਤੁਸੀਂ ਸੱਚੀ ਜ਼ਿੰਦਗੀ ਜੀਵੋ, ਦੁਬਦਾ ਨੂੰ ਖਤਮ ਕਰ ਲਓ, ਆਪਣੇ ਮਨ ਨੂੰ ਰੱਬੀ ਗੁਣਾਂ ਦੇ ਨਾਲ ਟਿਕਾ ਲਓ, ਤੁਹਾਡਾ ਮਨ ਭਟਕਣ ਤੋਂ ਹਟ ਜਾਏ, ਦੁਬਦਾ ਨੂੰ ਮੇਟ ਲਓ, ਸਹਿਨਸ਼ੀਲਤਾ ਧਾਰਨ ਕਰੋ, ਕਰਮ ਧਰਮ ਕੀ ਸੂਲ ਨਾ ਸਹੋ। ਆ ਜਿਹੜੇ ਧਰਮ ਕਰਮ ਤੁਸੀਂ ਕਰਦੇ ਫਿਰਦੇ ਹੋ, ਕਰਮ ਕਾਂਡ, ਇਹਦੀ ਪੀੜਾ ਨਾ ਸਹਾਰੋ। ਇਹਨਾਂ ਦੀ ਦੁੱਖ ਤੁਹਾਨੂੰ ਨਹੀਂ ਸਹਾਰਨੇ ਪੈਣਗੇ। ਫਿਰ ਇਹ ਐਵੇਂ ਹੀ ਇਹ ਕੰਟੇ ਤੁਹਾਡੇ ਕੋਲੋਂ ਮੁੱਕ ਜਾਣਗੇ। ਜਿੰਨੇ ਵੀ ਆ ਧਾਰਮਿਕ ਜਿਹੜੇ ਕਰਮ ਮਿੱਥੇ ਹੋਏ ਨੇ, ਇਹਨਾਂ ਦੀ ਪੀੜਾ ਨਾ ਸਹਾਰਦੇ ਫਿਰ ਉਹ ਕਿੰਨੀ ਪੀੜਾ ਲੋਕ ਸਹਾਰ ਰਹੇ ਨੇ। ਤੀਰਥਾਂ ਤੇ ਨਹਾਉਣ ਵਾਸਤੇ ਜਾ ਰਹੇ ਨੇ, ਸਮਾਂ ਬਰਬਾਦ ਕਰ ਰਹੇ ਨੇ, ਪੈਸਾ ਬਰਬਾਦ ਕਰ ਰਹੇ ਨੇ, ਮਿਲ ਕੁਛ ਵੀ ਨਹੀਂ ਰਿਹਾ। ਤੇ ਜੇ ਆਪਣੇ ਅੰਦਰ ਦੀ ਮੈਲ ਨੂੰ ਧੋ ਲੈਂਦੇ ਤਾਂ ਪੀੜਾ ਨਹੀਂ ਸੀ ਨਾ ਸਹਾਰਨੀ। ਵਰਤ ਨਰਾਤੇ ਸਰਾਧ ਆਦਿ ਕਰ ਰਹੇ ਨੇ। ਹੁਣ ਜਿਉਂਦੇ ਮਾਂ-ਬਾਪ ਦੀ ਜੇ ਸੇਵਾ ਕੀਤੀ ਹੋਵੇ, ਤਨੋਂ ਮਨੋਂ ਦਿਲ ਦੇ ਨਾਲ ਫਰਜ਼ ਨਿਭਾਏ ਹੋਣ, ਤੇ ਫਿਰ ਡਰ ਨਾ ਰਹੇਗਾ ਸਾਡਾ ਬਾਪੂ ਸਾਨੂੰ ਭੂਤ ਬਣ ਕੇ ਚੰਬੜੇਗਾ। ਫਿਰ ਇਹ ਸਰਾਧ ਸਰੂਦ ਕਰਨ ਦੀ ਪੀੜਾ ਨਹੀਂ ਸਹਾਰਨੀ ਪਏ। ਆ ਜਿਹੜੀਆਂ ਪੰਚਮੀਆਂ ਤੇ ਛਟਾਂ ਤੇ ਦੂਜੀਆਂ ਮਨਾ ਰਹੇ ਹੋਏ, ਮਨਾਉਣ ਦੀ ਪੀੜਾ ਨਹੀਂ ਸਹਾਰਨੀ ਪਏਗੀ। ਜਿੰਨੇ ਵੀ ਆ ਪਖੰਡਵਾਦ ਦੇ ਵਜਨ ਸਾਡੇ ਉੱਤੇ ਪਏ ਨੇ, ਇਹ ਪੀੜਾ ਨਹੀਂ ਸਹਾਰਨੀ ਪੈਗੀ। ਇਹ ਪੀੜਾ ਹੈ, ਦੁੱਖ ਹੈ। ਕਿੰਨੇ ਦੁੱਖ ਲੋਕ ਸਹਾਰ ਰਹੇ ਨੇ, ਦੁਖੀ ਹੋ ਰਹੇ ਨੇ। ਤੇ ਸਿੰਪਲ ਗੱਲ ਹੈ ਕਿ ਜੇ ਸੱਚ ਨੂੰ ਆਧਾਰ ਬਣਾ ਕੇ ਜ਼ਿੰਦਗੀ ਜੀਵੀ ਜਾਏ ਤੇ ਕਿੰਨਾ ਸੌਖਾ ਜੀਵਨ ਹੈ ਨਾ। ਕਰਮ ਧਰਮ ਕੀ ਸੂਲ ਨਾ ਸਹੋ। ਫਿਰ ਤੁਹਾਨੂੰ ਇਹ ਜਿਹੜੇ ਕਰਮਾਂ ਧਰਮਾਂ ਦੀਆਂ, ਜੋ ਕਰਮ ਕਾਂਡਾਂ ਦੀਆਂ ਪੀੜਾਵਾਂ ਨੇ, ਇਹ ਬਿਲਕੁਲ ਵੀ ਨਹੀਂ ਸਹਾਰਨੀਆਂ ਪੈਣਗੀਆਂ। ਇਹਨਾਂ ਪੀੜਾਵਾਂ ਤੋਂ ਮੁਕਤ ਹੋ ਜਾਓਗੇ, ਜਿਉਂਦੇ ਮੁਕਤੀ ਹਾਸਲ ਕਰ ਲੋਗੇ। ਤੁਹਾਡਾ ਇਹ ਜੀਵਨ ਸਫਲ ਔਰ ਸੁਚੱਜਾ ਹੋ ਜਾਏ।